ਹੈਲੋ ਐਵਰੀਬਡੀ ਆਈ ਹੋਪ ਤੁਸੀਂ ਤੰਦਰੁਸਤ ਹੋਵੋਗੇ ਆਪਣੀ ਆਲਸੀ ਪ੍ਰੈਪਰੇਸ਼ਨ ਨੂੰ ਪੂਰੇ ਜ਼ੋਰਾਂ ਸ਼ੋਰਾਂ ਤੇ ਕਰ ਰਹੇ ਹੋਵੋਗੇ। ਮਾਈ ਨੇਮ ਇਜ਼ ਏਕਮ ਸਿੰਘ ਪੰਨੂ ਐਂਡ ਦਿਸ ਇਜ਼ ਦਾ ਇੰਗਲਿਸ਼ ਫੈਮਿਲੀ ਯੂਟਿਊਬ ਚੈਨਲ। ਅਸੀਂ ਇੱਥੇ ਆਇਲਸ ਨਾਲ ਰਿਲੇਟਡ ਵੀਡੀਓਜ਼ ਬਣਾਉਂਦੇ ਆ ਐਂਡ ਉਹਨਾਂ ਨੂੰ ਬੱਚਿਆਂ ਤੱਕ ਲੈ ਕੇ ਜਾਂਦੇ ਆ। ਵੈਲ ਰੀਡਿੰਗ ਮੋਡਿਊਲ ਚੱਲ ਰਿਹਾ ਹੈ ਐਂਡ ਉਹਦੇ ਵਿੱਚ ਹੁਣ ਤੱਕ ਜਿੰਨੇ ਰੀਡਿੰਗ ਮੋਡਿਊਲ ਦੇ ਕੁਐਸਚਨਸ ਨੇ ਆਈ ਹੈਵ ਡਿਸਕਸਡ ਆਲ ਆਫ them। ਉਹਦੀ ਪਲੇਲਿਸਟ ਬਣ ਚੁੱਕੀ ਹੈ, ਸੋ ਤੁਸੀਂ ਇਸ ਨੂੰ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਪਲੀਜ਼ ਇਹਨੂੰ ਇੱਥੇ ਪੌਜ਼ ਕਰ ਲਓ ਤੇ ਉਹ ਇੱਕ ਵਾਰੀ ਕੁਐਸਚਨਸ ਨੂੰ ਥੋਰੋਲੀ ਇੱਕ ਵਾਰੀ ਸਮਝ ਲਓ ਸੋ ਦੈਟ ਇਸ ਵੀਡੀਓ ਵਿੱਚ ਜਿਵੇਂ ਇੱਕ ਰੀਡਿੰਗ ਨੂੰ ਸੋਲਵ ਕਰਨਾ ਚਾਹੀਦਾ ਹੈ ਉਸ ਨੂੰ ਤੁਹਾਨੂੰ ਸਮਝ ਆ ਜਾਵੇ। ਇਹ ਜਿਹੜੀ ਰੀਡਿੰਗ ਮੈਂ ਸੋਲਵ ਕਰ ਰਿਹਾ ਇਹ 17th ਬੁੱਕ ਕੈਂਬਰਿਜ ਦੀ ਆ ਚੁੱਕੀ ਹੈ, ਉਸ ਦੀ ਫਸਟ ਟੈਸਟ ਦੀ ਥਰਡ ਰੀਡਿੰਗ ਹੈ। ਇਸ ਤੋਂ ਪਹਿਲੀਆਂ ਜੋ ਰੀਡਿੰਗ ਸੀਗੀਆਂ ਪਹਿਲੇ ਟੈਸਟ ਦੀਆਂ ਉਹ ਸੋਲਵ ਹੋ ਚੁੱਕੀਆਂ ਨੇ, ਉਹ ਵੀ ਪਲੇਲਿਸਟ ਦੇ ਵਿੱਚ ਉਹਨੂੰ ਐਡ ਕਰ ਚੁੱਕਾ ਆ ਐਂਡ ਇਹ ਉਸ ਇੱਕ ਫਸਟ ਟੈਸਟ ਦੀ ਜਿਹੜੀ ਲਾਸਟ ਇੱਕ ਰੀਡਿੰਗ ਰਹਿ ਗਈ ਸੀਗੀ ਇਹ ਉਹ ਵਾਲੀ ਰੀਡਿੰਗ ਹੈ। ਠੀਕ ਹੈ, ਸੋ ਵੀ ਵਿਲ ਬੀ ਗੋਇੰਗ ਥਰੂ ਇਟ। ਇਸ ਪੈਸੇਜ ਦੇ ਵਿੱਚ ਦੇਖਿਆ ਜਾਵੇ ਤੇ ਜੋ ਇੱਕ ਕੁਐਸਚਨਸ ਨੇ ਉਹ ਤੁਹਾਡੇ MCQs ਨੇ, ਇੱਕ ਡੱਬੇ ਵਾਲੀ ਸਮਰੀ ਹੈ ਐਂਡ ਮੇਰੇ ਖਿਆਲ ਨਾਲ ਟਰੂ ਫਾਲਸ ਨੇ। ਸੋ ਆਪਾਂ ਇਹਨੂੰ ਸਟੈਪ ਬਾਏ ਸਟੈਪ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਇਸ ਢੰਗ ਮਤਲਬ ਕਿਸੇ ਢੰਗ ਦੇ ਨਾਲ ਇੱਕ ਰੀਡਿੰਗ ਨੂੰ ਈਜ਼ੀਲੀ ਕੀਤਾ ਜਾ ਸਕਦਾ। ਇਟ ਵਿਲ ਬੀ ਅ ਗੁੱਡ ਥਿੰਗ ਅਗਰ ਤੁਸੀਂ ਇਸ ਵੀਡੀਓ ਦੇ ਵਿੱਚ ਓਬਜ਼ਰਵ ਕਰੋ ਐਂਡ ਕੋਸ਼ਿਸ਼ ਕਰੋ ਆਪਣੇ ਲੈਵਲ ਤੇ ਇਸ ਵੀਡੀਓ ਨੂੰ ਦੁਬਾਰਾ ਦੇਖ ਕੇ ਸਮਝ ਕੇ ਐਂਡ ਆਪਣੇ ਲੈਵਲ ਤੇ ਇੱਕ ਵਾਰੀ ਰੀਡਿੰਗ ਖੁਦ ਕਰਕੇ ਦੇਖੋ। ਹੇਅਰ ਇਜ਼ ਮਾਈ ਸੁਜੈਸ਼ਨ, ਪਲੀਜ਼ ਬੱਚਾ ਇਹਨੂੰ ਇੱਥੇ ਪੌਜ਼ ਕਰਕੇ ਇਸ ਜੋ ਆਪਾਂ ਕਰਦੇ ਪਏ ਆ ਰੀਡਿੰਗ ਉਹਦਾ ਇੱਕ ਵਾਰੀ ਪ੍ਰਿੰਟ ਆਊਟ ਲੈ ਲਓ। ਠੀਕ ਹੈ, ਇਹ PDF ਅਵੇਲੇਬਲ ਹੈਗੀ ਆ ਆਨਲਾਈਨ, ਸੋ ਯੂ ਆਰ ਜਸਟ ਸਪੋਜ਼ ਟੂ ਸਰਚ ਕੈਂਬਰਿਜ 17 ਬੁੱਕ, ਉੱਥੋਂ ਇਹਦਾ ਇੱਕ PDF ਤੋਂ ਇਹਦਾ ਪ੍ਰਿੰਟ ਲੈ ਕੇ ਇਸ ਵੀਡੀਓ ਦੇ ਨਾਲ ਨਾਲ ਮੇਰੇ ਸੋਲਵ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਇੱਕ ਆਈਡੀਆ ਹੋ ਜਾਏ ਕਿ ਕਿੱਦਾਂ ਇੱਕ ਰੀਡਿੰਗ ਕਰਨੀ ਚਾਹੀਦੀ ਹੈ। ਸੋ ਜ਼ਿਆਦਾ ਦੇਰ ਨਾ ਲਾਉਂਦੇ ਹੋਏ ਲੈਟਸ ਸਟਾਰਟ ਵਿਦ ਅ ਥਿੰਗ। ਸਭ ਤੋਂ ਪਹਿਲਾਂ ਤੇ ਇੱਕ ਚੀਜ਼ ਦੇਖਣੀ ਹੈ ਕਿ ਆ ਤੁਹਾਡਾ ਪੈਸੇਜ ਹੈ, ਜਿਹੜਾ ਪੈਸੇਜ ਦਾ ਨਾਮ ਹੈਗਾ ਟੂ ਕੈਚ ਅ ਕਿੰਗ। ਠੀਕ ਹੈ, ਦਿਸ ਇਜ਼ ਦ ਨੇਮ ਆਫ ਦ ਪੈਸੇਜ। ਠੀਕ ਹੈ, ਆ ਉਹਦੇ ਕੁਐਸਚਨਸ ਹੈਗੇ ਨੇ। ਸੋ ਕੁਐਸਚਨਸ ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ ਡੱਬੇ ਵਾਲੀ ਸਮਰੀ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ, ਦੈਨ ਯੈਸ ਨੋ ਨਾਟ ਗਿਵਨ ਹੈ ਤੇ ਫਿਰ MCQ ਐਂਡ ਦੇ ਵਿੱਚ MCQs ਨੇ। ਸੋ ਕਿਵੇਂ ਕਰਨਾ ਚਾਹੀਦਾ ਹੈ, ਕੀ ਇੱਕ ਬੱਚੇ ਦੀ ਅਪਰੋਚ ਹੋਣੀ ਚਾਹੀਦੀ ਹੈ, ਇਸ ਵੀਡੀਓ ਵਿੱਚ ਪੂਰਾ ਨੂੰ ਮੈਂ ਐਲੈਬੋਰੇਟ ਕਰੂੰਗਾ। ਅੱਛਾ, ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਓ, ਦਿਸ ਇਜ਼ ਦ ਥਰਡ ਪੈਸੇਜ ਆਫ ਦ ਟੈਸਟ 1 ਤੇ ਬੱਚਿਆਂ ਦੇ ਮਨ ਦੇ ਵਿੱਚ ਹੁੰਦਾ ਕਿ ਥਰਡ ਪੈਸੇਜ ਹਮੇਸ਼ਾ ਔਖਾ ਹੁੰਦਾ। ਆਈਲ ਟਰਾਈ ਟੂ ਬ੍ਰੇਕ ਦੈਟ ਸਟੀਰੀਓਟਾਈਪ ਐਂਡ ਮੈਂ ਤੁਹਾਨੂੰ ਦਿਖਾਊਂਗਾ ਕਿ ਇਹਨੂੰ ਕਿਸ ਇੱਕ ਈਜ਼ੀ ਢੰਗ ਦੇ ਨਾਲ ਕੀਤਾ ਜਾ ਸਕਦਾ ਆ। ਜਦੋਂ ਕਦੇ ਵੀ ਬੱਚਾ ਇਦਾਂ ਦੀ ਸਿਚੁਏਸ਼ਨ ਆਵੇ ਜਿੱਥੇ ਤੁਹਾਡੇ ਸਾਹਮਣੇ ਇੱਕ ਸਮਰੀ ਹੋਵੇ, ਠੀਕ ਹੈ, ਇੱਕ ਤੁਹਾਡੇ ਸਾਹਮਣੇ ਟਰੂ ਫਾਲਸ ਨਾਟ ਗਿਵਨ ਹੋਣ ਤੇ MCQs ਹੋਣ, ਸਭ ਤੋਂ ਪਹਿਲਾਂ ਇੱਕ ਚੀਜ਼ ਧਿਆਨ ਰੱਖੀ ਦੀ ਹੈ ਕਿ ਹਮੇਸ਼ਾ ਹਮੇਸ਼ਾ ਸਮਰੀ ਦਾ ਨਾ ਜਿਹੜਾ ਆ ਹੁੰਦਾ ਜਿੱਥੇ ਐਗਜ਼ੈਕਟ ਸਮਰੀ ਦਿੱਤੀ ਹੁੰਦੀ ਹੈ, ਪਲੀਜ਼ ਇਹਨੂੰ ਇੱਕ ਵਾਰੀ ਪੜ੍ਹ ਲਓ। ਵਾਈ ਆਈ ਐਮ ਸੇਇੰਗ ਦਿਸ, ਕਿਉਂਕਿ ਜਦੋਂ ਤੁਸੀਂ ਇਸ ਵਾਰ ਇਹਨੂੰ ਪੜੋਗੇ ਤੁਹਾਨੂੰ ਇੱਕ ਬਰੀਫ ਤੁਹਾਨੂੰ ਇੱਕ ਨਾ ਪਤਾ ਲੱਗ ਜਾਏਗਾ ਕਿ ਪੈਸੇਜ ਕਿਸ ਬਾਰੇ ਆ। ਕਦੀ ਵੀ ਪੈਸੇਜ ਨੂੰ ਡਾਇਰੈਕਟ ਪੜ੍ਹਨ ਦੀ ਕੋਸ਼ਿਸ਼ ਨਾ ਕਰਿਓ, ਪਹਿਲਾਂ ਤੁਸੀਂ ਸਮਰੀ ਪੜੋਗੇ ਤੁਹਾਨੂੰ ਇੱਕ ਅੰਡਰਸਟੈਂਡਿੰਗ ਹੋ ਜਾਏਗੀ, ਉਸ ਬੇਸ ਤੇ ਆਪਾਂ ਬਾਅਦ ਵਿੱਚ ਬਾਕੀ ਚੀਜ਼ਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਧਿਆਨ ਰੱਖੋ ਕਿਦਾਂ, ਫॉर एग्जांपल ਚਾਰਲਸ ਸੈਕੰਡਸ ਫਾਦਰ। ਨਾਓ ਜਸਟ ਇਮੇजिन ਆਪਣੇ ਕੋਲ ਪਹਿਲਾ ਕੀਵਰਡ ਆ ਗਿਆ ਚਾਰਲਸ ਸੈਕੰਡ ਫਾਦਰ। ਇਸ ਮੂਮੈਂਟ ਤੇ ਕੀਵਰਡਸ ਵੀ ਨਾਲ ਨਾਲ ਲੱਭਣੇ ਸ਼ੁਰੂ ਕਰ ਦਿਓ, ਠੀਕ ਹੈ, ਸੋ ਦੈਟ ਤੁਹਾਨੂੰ ਥੋੜਾ ਈਜ਼ੀ ਹੋ ਜਾਏ। ਹੁਣ ਕੀਵਰਡ ਹੁੰਦੇ ਕੀ ਹੈ, ਕੀਵਰਡ ਉਹ ਵਰਡ ਹੁੰਦੇ ਆ ਜਿਹਨਾਂ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਫॉर एग्जांपल ਕਿਸੇ ਬੰਦੇ ਦਾ ਨਾਮ, ਕਿਸੇ ਥਾਂ ਦਾ ਨਾਮ, ਕਿਸੇ ਸਾਲ ਦੀ ਕੋਈ ਰੈਫਰੈਂਸ ਦਿੱਤੀ ਹੋਈ ਹੈ। ਸੋ ਚਾਰਲਸ ਸੈਕੰਡਸ ਫਾਦਰ, ਠੀਕ ਹੈ, ਵਾਸ ਐਗਜ਼ੀਕਿਊਟਿਡ ਬਾय ਦ ਪਾਰਲੀਮੈਂਟੇਰੀਅਨ ਫੋਰਸਿਸ। ਸੋ ਆ ਤੁਹਾਡਾ ਦੂਜਾ ਕੀਵਰਡ ਆ ਗਿਆ। ਫਿਰ ਆ ਗਿਆ 1649। ਨਾਓ ਇਮੇजिन दैट 1649 ਲਿਖਿਆ ਹੋਇਆ, ਠੀਕ ਹੈ। ਹੁਣ ਤੁਹਾਡੇ ਕੋਲ ਤਿੰਨ ਕੀਵਰਡ ਹੈਗੇ ਨੇ। ਨਾਓ ਜਸਟ ਸੀ ਚਾਰਲਸ, ਆਈ ਡੋਂਟ ਨੋ ਇਟਸ ਸੈਕੰਡ ਔਰ 11th ਬਟ ਫੇਰ ਵੀ ਆਪਾਂ ਨੂੰ ਇਦਾਂ ਹੀ ਲੈਣੇ ਆ, ਠੀਕ ਹੈ। ਦੈਨ ਫਾਰਮਡ ਆ ਡੈਸ਼। ਨਾਓ 27th ਬਲੈਂਕ ਦੇ ਸਾਹਮਣੇ ਆ ਲਿਖਿਆ ਹੋਇਆ, ਠੀਕ ਹੈ। ਇਹਦਾ ਮਤਲਬ ਜਿਹੜਾ ਤੁਹਾਡਾ ਆਨਸਰ ਹੋਏਗਾ ਉਹ ਕੋਈ ਵੋਵਲ ਤੋਂ ਨਹੀਂ ਸ਼ੁਰੂ ਹੋਏਗਾ, ਨਹੀਂ ਤਾਂ ਉਹਦੇ ਮੂਹਰੇ ਇੱਥੇ ਐਨ ਲਿਖਿਆ ਹੋਣਾ ਚਾਹੀਦਾ ਸੀਗਾ, ਠੀਕ ਹੈ। ਡੈਸ਼ ਵਿਦ ਦ ਸਕਾਟਸ, ਆ ਲਓ ਜੀ ਸਕਾਟਸ ਆ ਗਿਆ। ਇਨ ਆਰਡਰ ਟੂ ਬਿਕਮ ਕਿੰਗ ਆਫ ਸਕਾਟ, ਆ ਤੁਹਾਡੇ ਕੀਵਰਡ ਆ ਗਏ। ਹੀ ਅਬੈਂਡਨਡ ਐਨ ਇੰਪੋਰਟੈਂਟ ਡੈਸ਼ that was held by his father and then he contributed to his father's death. Okay, the opposing sides then met outside Worcester in 1651. Sorry for the pronunciation of this, but ਇਹਨੂੰ exact ਉਹਦਾ place ਦਾ ਨਾਮ ਆਪਾਂ ਇਹਦਾ ਲੈ ਲੈਣਾ, ਠੀਕ ਹੈ। The battle led to a, ਫਿਰ 29th blank ਦੇ ਮੂਹਰੇ ਆ ਲਿਖਿਆ ਹੋਇਆ, ਇਹਦਾ ਮਤਲਬ ਇਹ ਵੋਵਲ ਨਹੀਂ ਆਏਗਾ ਇੱਥੇ। For the parliamentarians and the Charles to flee for his life, a dash was offered for Charles' capture
एंड आफ्टर 6 वीक्स फिर एक कीवर्ड आया, स्पेंट इन हाइडिंग ही इवेंचुअली मैनेज टू रीच द डैश ऑफ द कॉन्टिनेंटल यूरोप। आ तुहाडा कीवर्ड आ गया। नाउ जस्ट इमेजिन अपने को एक समरी है जिहदे विच सानू पता लगा कि एक राजा आ जिन्हें अपने फादर की खुद डेथ का वो रीजन है जस्ट बिकॉज उन्होंने गद्दी चाहिए सी, उन्हें पार्लीमेंटेरियंस नाल रल के अपने फादर की डेथ ਨੂੰ प्लान किया एंड एंड ऑफ द डे फिर उन्होंने बाद में भजना पिया जस्ट बिकॉज जो रौला पै गया तो उन्होंने यूरोप निकलना पिया। ਹੁਣ ਇਹਦੇ ਚ ਇੱਕ ਚੀਜ਼ ਧਿਆਨ ਰੱਖੋ, ਆਪਾਂ ਨੂੰ ਇੱਕ ਲਿਟਲ ਸਮਰੀ ਸਮਝ ਲੱਗ ਗਈ ਹੈ, ਇੱਕ ਸਾਰ ਸਮਝ ਲੱਗ ਗਈ ਕਿ ਪੈਸੇਜ ਵਿੱਚ ਕੀ ਗੱਲ ਹੋਏਗੀ। ਇੱਕ ਦੇਖੋ ਕਿ 27th ਬਲੈਂਕ ਦੇ ਉੱਤੇ ਆ 3 ਕੀਵਰਡ ਹੈ, 27th ਬਲੈਂਕ ਤੋਂ ਬਾਅਦ ਸਕਾਟਸ ਐਂਡ ਕਿੰਗ ਆਫ ਸਕਾਟ ਕੀਵਰਡ ਹੈ, ठीक है। 28 ਤੋਂ ਬਾਅਦ 1651 कीवर्ड है। सो दैट मीन्स एक ब्लैंक एक इधरले पासे कीवर्ड है, एक इधरले पासे कीवर्ड है, ਤੁਹਾਨੂੰ ਇੱਕ ਦੋਨੋਂ ਪਾਸੇ ਪੋਲ ਮਿਲ ਗਿਆ with which you can able to solve the blank। ਸੋ ਇਹਨੂੰ ਇਸ ਢੰਗ ਦੇ ਨਾਲ ਦੇਖਣਾ। ਅੱਛਾ ਇੱਕ ਚੀਜ਼ ਧਿਆਨ ਰੱਖਿਓ, ਇਸ ਸਮਰੀ ਦਾ ਦੂਜੀ ਸਮਰੀ ਨਾਲੋਂ ਫਰਕ ਕੀ ਹੁੰਦਾ ਕਿ ਜਿਹੜੀ ਆਹ ਸਮਰੀ ਹੁੰਦੀ ਹੈ ਨਾ ਜਿਹਦੇ ਵਿੱਚ ਆਪਸ਼ਨਸ ਦਿੱਤੀਆਂ ਹੁੰਦੀਆਂ ਨੇ, ਇਹਦੇ ਵਿੱਚ ਤੁਹਾਨੂੰ ਐਗਜ਼ੈਕਟ ਵਰਡਿੰਗ ਨਹੀਂ ਪਿੱਛੇ ਲੱਭੇਗੀ, ਤੁਹਾਨੂੰ ਪਿੱਛੇ ਸਿਨੋਨਿਮਸ ਲੱਭਣਗੇ ਐਂਡ ਤੁਹਾਨੂੰ ਫਿਰ ਇੱਥੇ ਆ ਕੇ ਉਹਨਾਂ ਨੂੰ ਮੈਚ ਕਰਕੇ ਆਂਸਰ ਲਾਉਣਾ ਪਵੇਗਾ। ਠੀਕ ਹੈ, ਹੁਣ ਅਸੀਂ ਸਮਰੀ ਪੜ੍ਹ ਲਈ ਹੈ, ਫਿਰ ਬੱਚਾ ਕਦੀ ਵੀ ਇਹਨੂੰ ਪਹਿਲਾਂ ਸੋਲਵ ਨਹੀਂ ਕਰਨਾ। ਸਮਰੀ ਉਹ ਪਹਿਲਾਂ ਸੋਲਵ ਕਰੀਦੀ ਹੁੰਦੀ ਹੈ ਜਿਹਦੇ ਵਿੱਚ ਥੱਲੇ ਆਪਸ਼ਨਸ ਨਾ ਦਿੱਤੀਆਂ ਹੋਣ। ਜਿਹੜੀ ਸਮਰੀ ਦੇ ਵਿੱਚ ਆਪਸ਼ਨਸ ਦਿੱਤੀਆਂ ਹੋਈਆਂ ਨੇ ਉਹ ਸਮਰੀ ਨੂੰ ਹਮੇਸ਼ਾ ਐਂਡ ਵਿੱਚ ਸੋਲਵ ਕਰਨਾ। हाँ बट पढ़ पहला जरूर लेना जस्ट बिकॉज ਤੁਹਾਨੂੰ ਇੱਕ ਅੰਡਰਸਟੈਂਡਿੰਗ ਹੋ ਜਾਂਦੀ ਪੈਸੇਜ ਦੀ। ठीक है, समझ लग गया। सो इस चीज ਨੂੰ ਥੋੜਾ ਧਿਆਨ ਰੱਖੋ। ਇਸ ਤੋਂ ਬਾਅਦ ਦੇਖੋ ਅੱਗੇ ਕੁਐਸਚਨਸ 32 ਚਾਰल्स ਫਿਰ ਰਿਪੀਟ ਹੋਇਆ Pepsis for the task because he considered him to be trustworthy। so ਦੋ कीवर्ड आ गए। then Charles personal recollection, not a good keyword but फिर भी ठीक है, एक बन सकता पर्सनल recollection। then Charles indicated Pepsis he planned for escape before the battle। battle is a good keyword। ठीक है, the inclusion of Charles account is a positive aspect of the book। now they are referring to a book, Charles account। ठीक है, सो एक कीवर्ड है। ਤੁਹਾਡੇ ਕੋਲ ਯੈਸ ਨੋ ਦੇ ਬਹੁਤ ਵਧੀਆ ਕੀਵਰਡ ਨਹੀਂ ਆਏ ਬਟ ਫਿਰ ਵੀ ਆਪਾਂ ਕਹੀਏ ਤਾਂ ਸਾਡੇ ਕੋਲ ਦੋ ਕੀਵਰਡ ਸੋਹਣੇ ਆਏ ਹੋਏ। ਇੱਕ ਤਾਂ ਆ ਗਿਆ ਪੈਪਸੀਜ਼, ਠੀਕ ਹੈ, ਦੂਜਾ ਤੁਹਾਡੇ ਕੋਲ ਗਿਆ ਚਾਰਲਸ ਪਰਸਨਲ ਰੀਕਲੈਕਸ਼ਨ। ਸੋ ਤੁਹਾਡੇ ਕੋਲ ਬਹੁਤ ਸੋਹਣੇ ਦੋ ਕੀਵਰਡ ਹੈਗੇ ਨੇ। ਸੋ ਇਸ ਦੋਨੋਂ ਕੀਵਰਡ से ਆਪਾਂ ਗੇਮ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਸੋ ਇਹਨੂੰ ਥੋੜਾ ਧਿਆਨ ਰੱਖੋ। ਠੀਕ ਹੈ, ਸੋਲਵ ਹਲੇ ਨਹੀਂ ਕਰਨਾ ਬਟ ਹਲੇ ਆਪਾਂ ਬਰੀਫ ਅੰਡਰਸਟੈਂਡਿੰਗ ਲੈਣੀ ਹੈ। ਠੀਕ ਹੈ, ਇਸ ਤੋਂ ਬਾਅਦ ਅੱਗੇ ਦੇਖੋ। ਹੁਣ ਬੇਸਿਕ ਪੁਆਇੰਟ ਇੱਕ ਧਿਆਨ ਰੱਖਿਓ, ਐਮਸੀਕਿਊਜ਼ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ। ਬੱਚੇ ਕਰਦੇ ਹੀ ਕੀ ਹੈ, ਬੱਚੇ ਨਾ ਆਪਸ਼ਨਸ ਪੜ੍ਹਨ ਦੀ ਪਿੱਛੇ ਪੈ ਜਾਂਦੇ ਜਦ ਕਿ ਕਦੇ ਵੀ ਬੱਚਾ ਆਪਸ਼ਨਸ ਨਹੀਂ ਪੜ੍ਹਦੀ ਹੁੰਦੀ ਹੈ ਬਿਕੋਜ਼ ਇਹ ਤੁਹਾਨੂੰ ਕਨਫਿਊਜ਼ ਕਰ ਸਕਦੀਆਂ ਨੇ। ਕਰਨਾ ਕੀ ਹੈ, ਤੁਸੀਂ ਹਮੇਸ਼ਾ ਇਹਦਾ ਕੁਐਸਚਨ ਪੜ੍ਹਨਾ, what is the reviewer's main purpose in the first paragraph। ਹੁਣ ਇੱਕ ਧਿਆਨ ਦਿਓ, ਉਹਨਾਂ ਨੇ ਫਸਟ ਪੈਰਾਗ੍ਰਾਫ ਦਾ ਤੁਹਾਨੂੰ ਇੱਕ ਲੋਕੇਸ਼ਨ ਦੇ ਦਿੱਤੀ ਕਿ 36ਵੇਂ ਦਾ ਆਨਸਰ ਫਸਟ ਪੈਰਾਗ੍ਰਾਫ 'ਚ ਹੈ। दैट मीन्स ਸਾਨੂੰ ਪਹਿਲਾ ਪੈਰਾਗ੍ਰਾਫ ਪੂਰਾ ਪੜ੍ਹਨਾ ਪੈਣਾ। ठीक है, why does the reviewer include the example of fugitives। so एक बहुत ਵਧੀਆ कीवर्ड है behavior in the third paragraph। ਫਿਰ ਉਹਨਾਂ ਨੇ ਤੁਹਾਨੂੰ ਇੱਕ ਪੈਰਾਗ੍ਰਾਫ ਲੋਕੇਟ ਕਰ ਦਿੱਤਾ ਕਿ MCQ ਜਿਹੜਾ ਸੈਕੰਡ ਹੈ ਉਹਦਾ ਆਨਸਰ ਥਰਡ ਪੈਰਾਗ੍ਰਾਫ 'ਚ ਹੈ। ਠੀਕ ਹੈ ਜੀ, ਅੱਗੇ ਦੇਖੋ what point does the reviewer make about Charles II in the fourth paragraph। ਫਿਰ ਉਹਨਾਂ ਨੇ fourth paragraph ਕਰਤਾ। so paragraph first, paragraph ਤੁਹਾਡਾ third and then paragraph fourth ਤੁਹਾਡੇ ਇਹਨਾਂ ਵਿੱਚ ਆਨਸਰਸ ਹੈਗੇ ਨੇ। what does the reviewer say about Charles Spencer in the fifth paragraph। ਫਿਫਥ ਪੈਰਾਗ੍ਰਾਫ ਤੁਹਾਡੇ ਸਾਹਮਣੇ ਆ ਗਿਆ। ਸੋ ਕਹਿਣ ਦਾ ਮੋਟਿਵ ਕੀ ਆ ਕਿ ਉਹਨਾਂ ਨੇ ਪ੍ਰੋਪਰ ਤੁਹਾਨੂੰ ਇੱਕ ਲੋਕੇਟ ਕਰ ਦਿੱਤਾ। when the reviewer says the book doesn't quite hit the mark। ਹੁਣ ਇੱਕ ਗੱਲ ਯਾਦ ਰੱਖਿਓ, ਜਿਹੜੇ ਤੁਹਾਡੇ ਕੋਮੇ ਵਿੱਚ ਹੁੰਦੇ ਆ ਤੁਹਾਨੂੰ ਐਗਜ਼ੈਕਟ ਉਦਾਂ ਹੀ ਲੱਭਣਗੇ ਜਿੱਦਾਂ ਕੋਮੇ ਵਿੱਚ ਲਿਖਿਆ ਹੋਇਆ। ਸੋ ਇਸ ਚੀਜ਼ ਧਿਆਨ ਰੱਖਿਓ, ਐਗਜ਼ੈਕਟ ਵਰਡਿੰਗ ਲੱਭੇਗੀ। she is making the point that, she is making the point of what। ਠੀਕ ਹੈ, ਸੋ ਇਹਦਾ ਥੋੜਾ ਧਿਆਨ ਰੱਖਣਾ ਤੁਸੀਂ। ਆਲ ਰਾਈਟ, ਹੁਣ ਇੱਕ ਚੀਜ਼ ਧਿਆਨ ਰੱਖੋ, ਆਪਾਂ ਕੀਤਾ ਕੀ ਆ, ਆਪਾਂ MCQ ਪੜ੍ਹੇ ਜ਼ਰੂਰ ਹੈ ਬਟ ਆਪਾਂ ਉਹਨਾਂ ਦੇ ਡੈਪਥ ਵਿੱਚ ਨਹੀਂ ਗਏ ਜਸਟ ਬਿਕੋਜ਼ ਅਸੀਂ ਜਸਟ ਉਹਨਾਂ ਦੀ ਇੱਕ ਲੋਕੇਸ਼ਨ ਦੇਖੀ ਕਿੱਥੇ ਕਿੱਥੇ ਹੈਗੀ ਆ। ਠੀਕ ਹੈ, ਸੋ ਇਹ ਧਿਆਨ ਰੱਖਣਾ ਕਿ ਸੈਕੰਡ ਪੈਰਾਗ੍ਰਾਫ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ MCQs ਤੁਹਾਡੇ ਹੈਗੇ ਆ। ਹੁਣ ਪਹਿਲੀ ਗੱਲ, ਹੁਣ ਬਈ ਸੋਲਵ ਕੀ ਕਰੀਏ। ਬੱਚਾ ਇੱਕ ਚੀਜ਼ ਧਿਆਨ ਰੱਖੋ, ਇਸ ਮੌਕੇ ਤੇ ਜਦੋਂ ਇੱਕ ਪਾਸੇ ਤੁਹਾਡੇ ਕੋਲ MCQs ਹੋਣ, ਇੱਕ ਪਾਸੇ ਡੱਬੇ ਵਾਲੀ ਸਮਰੀ ਹੋਵੇ ਤੇ ਤੁਹਾਡੇ ਕੋਲ ਯੈਸ ਨੋ ਹੋਣ, ਸਭ ਤੋਂ ਪਹਿਲਾਂ ਯੈਸ ਨੋ ਸੋਲਵ ਕਰੀਦੇ ਆ। ਪਹਿਲਾਂ ਯੈਸ ਨੋ ਕਰਾਂਗੇ, ਫਿਰ ਉਸ ਤੋਂ ਬਾਅਦ MCQs ਕਰਾਂਗੇ ਐਂਡ ਐਂਡ ਵਿੱਚ ਡੱਬੇ ਵਾਲੀ ਸਮਰੀ ਕਰਾਂਗੇ। ਵਾਈ ਆਮ ਸੇਇੰਗ ਦਿਸ ਜਸਟ ਬਿਕੋਜ਼ ਉਹਨੂੰ ਤੁਹਾਨੂੰ ਸਿੱਧੇ ਆਨਸਰਸ ਨਹੀਂ ਲੱਭਣੇ। ਠੀਕ ਹੈ, ਸੋ ਇੱਕ ਚੀਜ਼ ਨੂੰ ਥੋੜਾ ਜਿਹਾ ਆਪਾਂ ਧਿਆਨ ਰੱਖਣਾ ਹੈ। ਸੋ ਸਭ ਤੋਂ ਪਹਿਲਾਂ ਦੇਖੋ, ਲਓ ਜੀ, ਸਭ ਤੋਂ ਪਹਿਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੈਟਸ ਹੈਵ ਡਿਸਕਸ਼ਨ ਰਿਗਾਰਡਿੰਗ ਯੈਸ ਨੋ ਨਾਟ ਗਿਵਨ। ਅੱਛਾ ਬੱਚਾ, ਇਹਦੇ ਵਿੱਚ ਆਪਾਂ ਪਹਿਲਾਂ ਕੀਵਰਡ ਤੁਹਾਨੂੰ ਜਿਹੜਾ ਕਿ ਲੱਭਿਆ ਸੀਗਾ ਚਾਰਲਸ, ਪੈਪਸੀ, ਚਾਰਲਸ ਪਰਸਨਲ ਰੀਕਲੈਕਸ਼ਨ। ਠੀਕ ਹੈ, ਆਪਾਂ ਇਹ ਸਾਰਾ ਕੁਝ ਲੱਭਣਾ।
ਹੁਣ ਜਸਟ ਇੱਕ ਇਮੇजिन करो ਆਪਾਂ वर्ड की ਲੱਭਣਾ ਆਪਣਾ ਪੈਪਸੀ वर्ड ਲੱਭਣਾ ਪੈਪਸੀਜ਼ ਸਪੈਂਸਰ ਐਡਵੈਂਚਰ ਆ ਤਾਂ ਆ ਗਿਆ ਜਿਹੜਾ ਤੁਹਾਡਾ ਕੀ ਉਹਦੇ ਬਲੈਂਕ ਦਾ ਆ ठीक है पेप्सीज नाइट स्पेंसर ठीक है पास न्यू जनरेशन सब्जेक्ट फाउंड हिमसेल्फ कैच अ किंग the location instead monarchs one nigger to catch a king a treat well where is the word ਬੱਚਾ ਬਲੰਟਲੀ ਜੇ ਤੁਹਾਨੂੰ ਵਰਡ ਕਿਤੇ ਮਿਲਦਾ ਨਾ ਉਹਨੂੰ ਬਲੰਟਲੀ ਲੱਭਣ ਦੀ ਕੋਸ਼ਿਸ਼ ਕਰੋ ਅੱਛਾ ਇੱਕ ਚੀਜ਼ ਹੋਰ ਧਿਆਨ ਰੱਖੋ ਕਿ ਅਗਰ ਤੁਹਾਨੂੰ ਰਾਹ ਦੇ ਵਿੱਚ ਲੱਭਦੇ ਤੁਹਾਨੂੰ ਹੋਰ ਵੀ ਕੀਵਰਡ ਮਿਲਦੇ ਆ ਸੋ ਉਹਨਾਂ ਨੂੰ ਵੀ ਤੁਸੀਂ ਮਾਰਕ ਕਰ ਸਕਦੇ ਹੋ ਜਸਟ ਬਿਕੋਜ਼ ਉਹਨਾਂ ਹੋਊਗਾ ਕਿ ਤੁਹਾਡਾ ਟਾਈਮ ਸੇਵ ਹੋਏਗਾ ठीक है सो देखो वर्ड स्पेंसर चार्ल्स आ गया ठीक है जस्ट सी आ रहा जी सैमुअल पेप्सीज सो जस्ट ऑब्जर्व करो कि ਅਸੀਂ ਪੈਪਸੀਜ਼ ਲੱਭਦੇ ਥੱਲੇ ਚਲੇ ਗਏ ਸੀਗੇ ਸਾਨੂੰ ਨਹੀਂ ਲੱਭਾ ਤਾਂ ਅਸੀਂ ਉਹਦੇ ਉਸ ਟਾਈਮ ਦੇ ਵਿੱਚ ਬਾਕੀ ਵੀ ਲੱਭਣ ਦੀ ਕੋਸ਼ਿਸ਼ ਕਰ ਲਏ ਠੀਕ ਹੈ ਸੋ ਇੱਕ ਧਿਆਨ ਰੱਖੋ ਇੱਕ ਚੀਜ਼ ਹੋਰ ਆਬਜ਼ਰਵ ਕਰਿਆ ਕਰੋ ਇੱਥੇ ਵਰਡ ਪਹਿਲੀ ਵਾਰੀ ਇਹ ਇਹਨਾਂ ਨੇ ਇੰਟਰੋਡਿਊਸ ਕਰਵਾਇਆ ਤੁਹਾਨੂੰ ਸੈਮੂਅਲ ਪੈਪਸੀਜ਼ दैट मीनस पहली बारी जो बंदे का पूरा नाम आया इस तो उत्ते पेप्सीज वर्ड नहीं हैगा सो पहली बारी जो पेप्सीज वर्ड आया वो इत्थे ही आया इस पैराग्राफ च किते भी पेप्सीज नहीं होएगा आज जो बड़ा पैराग्राफ है इहदे विच नहीं होएगा ठीक है ऑल राइट सो एक चीज ध्यान रखो हुण देखो ध्यान दे नाल चार्ल्स चूज पेप्सीज फॉर द टास्क बिकॉज ही कंसिडर्ड हिम टू बी ट्रस्टवर्दी चार्ल्स ने टास्क लई पेप्सी नूं चूज कीता बिकॉज ही कंसिडर्ड हिम टू बी ट्रस्टवर्दी ठीक है सो एक चीज ध्यान रखनी है अच्छा चार्ल्स पर्सनल रिकलेक्शन ऑफ द एस्केप लैक्ड सफिशिएंट डिटेल सो पर्सनल रिकलेक्शन ऑन वर्ड लभना आपा रिस्टोरेशन पेप्सी फिर आ गया जी पेप्सी आस्किंग हिम आ देखो जी इथे लभ गया पर्सनल रिकलेक्शन लभ गया सो दैट मींस 32nd एंड 33 ਦਾ आंसर इथे ही है ठीक है फिर उस तो बाद आप वर्ड लभना बैटल आई गेस फिगरेटिव भी इथे लभ्या commence the story flana Spencer result supporters readers actions figurative फिर word आया and उस तो बाद Spencer lying on the branch of the great oak tree in the parliamentary soldiers below draws booth flana we don't find the word battle देखिए battle keyword नहीं लभ्या ठीक है जी so Charles account आ देखो जी Charles adventures इथे आ गया okay ओके ठीक है जी ओके गुड सो इत्थे थोड़ी लोकेशन है थोड़े इत्थों शुरू होंदे थोड़े थोड़े यस नो नॉट गिवन अच्छा एक चीज और ऑब्जर्व करो पहला एमसीक्यू पढ़ना है ठीक है सॉरी हाँ पहला एमसीक्यू भी नाल करना शुरू करते हैं द व्हाट इज द रिव्यूअर्स मेन पर्पस इन द फर्स्ट पैराग्राफ सो कहने का मोटिव क्या फर्स्ट पैराग्राफ तो तुहानू पढ़ना ही पैना सारा का सारा सो एक चीज होर ध्यान रखो हाल तक सानू ब्रीफ इंट्रोडक्शन पता लगी है बट देखो तुहानू उन्होंने एक तरह इहदे नाल बाउंड कर दिता कि पहला पैराग्राफ पढ़ोगे जस्ट बिकॉज तां ही तुसीं 36वां क्वेश्चन सॉल्व कर पाओगे सो एक इत्थे होर ध्यान रखो कि असी यस नो सॉल्व करन तो पहला असी फर्स्ट पैराग्राफ ही पढ़ लेना ਉਹਦੇ ਨਾਲ ਕੀ ਹੋਊਗਾ ਸਾਨੂੰ ਥੋੜੀ ਜਿਹੀ ਹੋਰ ਅੰਡਰਸਟੈਂਡਿੰਗ ਹੋ ਜੂਗੀ ਕਹਿਣ ਦਾ ਮੋਟਿਵ ਕੀ ਹੈ ਇੱਕ ਪਾਸੇ ਅਸੀਂ ਆਪਾਂ 36ਵਾਂ ਕੁਐਸਚਨ ਵੀ ਸੋਲਵ ਕਰ ਲਾਂਗੇ ਦੂਜੇ ਪਾਸੇ ਆਪਾਂ ਨੂੰ ਉਹ ਅੱਗੇ ਯੈਸ ਨੋ ਸੋਲਵ ਕਰਨੇ ਬਾਕੀ ਸੋਲਵ ਕਰ ਲਾਂਗੇ ਹੋਰ ਕਲੈਰਿਟੀ ਹੋ ਜਾਏਗੀ ਠੀਕ ਹੈ ਜੀ ਅੱਛਾ ਸੋ ਆਪਾਂ ਲੱਭਣਾ ਕੀ ਹੈ ਵਾਟ ਇਜ਼ ਰਿਵਿਊਅਰਸ ਮੇਨ ਪਰਪਸ ਇਨ ਦ ਫਰਸਟ ਪੈਰਾਗ੍ਰਾਫ ਮੇਨ ਪਰਪਸ ਕੀ ਹੈ ਫਰਸਟ ਪੈਰਾਗ੍ਰਾਫ ਦੇ ਵਿੱਚ ਹੁਣ ਇੱਕ ਚੀਜ਼ ਧਿਆਨ ਰੱਖੋ ਕਿ ਜਦੋਂ ਪੂਰਾ ਏਡਾ ਵੱਡਾ ਪੈਰਾਗ੍ਰਾਫ ਹੋਵੇ ਠੀਕ ਹੈ ਐਂਡ ਮੇਨ ਪਰਪਸ ਲੱਭਣਾ ਹੋਵੇ हमेशा याद रखो किसी भी चीज का जो मेन पर्पस होता दैट इज ऑलवेज इन द फर्स्ट एंड द लास्ट लाइन दैट गिव्स द मेन हिंट या मेन फीचर ऑफ द होल पैराग्राफ सो पहले तो आप ये करने की कोशिश करांगे अगर नहीं क्लियर होया फिर आप डेप्थ विच गुजरांगे सब तो पहला ध्यान रखो पहली लाइन की है चार्ल्स स्पेंसर अ लेटेस्ट बुक ओदी लेटेस्ट बुक जिहड़ी हैगी है To Catch a King tells us a story of a hunt for Charles II in 6 weeks after his resounding defeat at the Battle of Worcester in the September 1651. ਜਿਹੜੀ ਸਪੈਂਸਰ ਦੀ ਲੇਟੈਸਟ ਬੁੱਕ ਆ ਟੂ ਕੈਚ ਅ ਕਿੰਗ ਉਹ ਸਾਨੂੰ ਇੱਕ ਸਟੋਰੀ ਦੱਸਦੀ ਹੈ ਕਿਸ ਦੀ ਹੰਟ ਜਿਹੜਾ ਕੀਤਾ ਸੀਗਾ ਕਿੰਗ ਚਾਰਲਸ ਦਾ ਇਨ ਦ 6 ਵੀਕਸ ਆਫਟਰ ਹਿਸ ਡਿਫੀਟ at Battle of Worcester in September
1651। ठीक है जी, उस बारे पूरी कहानी है। लास्ट लाइन जी हैगी आ देखो, For the next 9 years, Perinus and defeated Charles wandered around the Europe with only a small group of loyal supporters। ठीक है ਜੀ, ਹੁਣ ਆਪਾਂ ਸਮਰੀ ਪੜ੍ਹੀ ਸੀ ਜਿਹਦੇ ਵਿੱਚ ਪਤਾ ਲੱਗਾ ਸੀਗਾ ਕਿ ਚਾਰਲਸ ਨੂੰ ਯੂਰਪ ਨਿਕਲਣਾ ਪਿਆ ਜਸਟ ਬਿਕੋਜ਼ ਹੀ ਪਲਾਨਡ ਹਿਸ ਫਾਦਰਸ ਡੈਥ ਐਂਡ ਐਂਡ ਆਫ ਦ ਡੇ ਉਹਦਾ ਉਹ ਪਲਾਨ ਪੂਰਾ ਨਹੀਂ ਹੋ ਪਾਇਆ ਜਾਂ ਹੋ ਵੀ ਗਿਆ ਪਰ ਰੌਲਾ ਪੈ ਗਿਆ ਤੇ ਐਂਡ ਆਫ ਦ ਡੇ ਉਹਨੂੰ ਨਿਕਲਣਾ ਪਿਆ। ਸੋ ਕਹਿਣ ਦਾ ਮੋਟਿਵ ਕੀ ਹੈ, ਸਾਨੂੰ ਇਹਨਾਂ ਪਤਾ ਲੱਗ ਗਿਆ ਕਿ ਚਾਰਲਸ ਜੀ ਜਿਹੜੇ ਨੇ ਉਹ ਇੱਕ ਤਰ੍ਹਾਂ ਹੁਣ ਯੂਰਪ ਦੇ ਵਿੱਚ ਪੈਨੀਲੈਸ ਘੁੰਮ ਰਹੇ ਨੇ। ਹੁਣ ਜਸਟ ਦੇਖੋ ਧਿਆਨ ਦੇ ਨਾਲ, ਪਹਿਲੇ ਦੇ ਵਿੱਚ ਕੀ ਆ ਕਿ ਪਹਿਲੀ ਲਾਈਨ ਦੇ ਵਿੱਚ ਕਿ ਉਹ ਬੈਟਲ ਤੋਂ ਬਾਅਦ ਭੱਜਿਆ ਐਂਡ ਉਸ ਬਾਰੇ ਪੂਰੀ ਦੀ ਪੂਰੀ ਉਹ ਹੈਗੀ ਹੈ ਬੁੱਕ। ਫਿਰ ਲਾਸਟ ਵਿੱਚ ਕੀ ਹੈ ਕਿ ਉਹ ਪੈਨੀਲੈਸ ਘੁੰਮ ਰਿਹਾ ਐਂਡ ਉਹ ਯੂਰਪ ਦੇ ਵਿੱਚ ਜਦੋਂ ਘੁੰਮ ਰਿਹਾ ਤੇ ਉਹ ਆਪਣੇ ਕੁਝ ਸਪੋਰਟਰਸ ਦੇ ਨਾਲ ਹੀ ਆ, ਕੋਈ ਬਹੁਤਾ ਉਹਦੇ ਕੋਲ ਇਸ ਵੇਲੇ ਹੁਣ ਤਾਮਝਾਮ ਨਹੀਂ ਹੈਗਾ। ਸੋ ਜਸਟ ਦੇਖੋ 36ਵੇਂ ਦੇ ਵਿੱਚ ਆਪਾਂ ਕਰਨਾ ਕਿ ਆਪਾਂ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਨੀ ਆ। ਟੂ ਡਿਸਕ੍ਰਾਈਬ ਵਟ ਹੈਪਨ ਡਿਊਰਿੰਗ ਦ ਬੈਟਲ ਆਫ ਵਰਸਡਰ, ਨਾ ਬਿਲਕੁਲ ਨਹੀਂ, ਇਹ ਡਿਸਕ੍ਰਾਈਬ ਕਰਨ ਦੀ ਕੋਈ ਗੱਲ ਨਹੀਂ ਹੋਈ। ਨੋ ਰੈਫਰੈਂਸ ਹੈਜ਼ ਬੀਨ ਗਿਵਨ ਟੂ ਦ ਫਰਸਟ ਪੁਆਇੰਟ। ਠੀਕ ਹੈ ਜੀ, ਸੋ ਆ ਤਾਂ ਹੈ ਹੀ ਨਹੀਂ ਬਿਕੋਜ਼ ਬੈਟਲ ਤੋਂ ਬਾਅਦ ਦੀ ਗੱਲ ਹੈ, ਬੈਟਲ ਜਦੋਂ ਹੋ ਗਈ ਉਹ ਤੋਂ ਬਾਅਦ ਦੀ ਗੱਲ ਹੈ। ਟੂ ਗਿਵ ਐਨ ਅਕਾਊਂਟ ਆਫ ਦ ਸਰਕਮਸਟੈਂਸਿਸ ਲੀਡਿੰਗ ਟੂ ਚਾਰਲਸ ਸੈਕੰਡ ਐਸਕੇਪ, ਕੀ ਐਸੀਆਂ ਘਟਨਾਵਾਂ ਹੋਈਆਂ ਸੀਗੇ ਜਿਹਦੇ ਕਰਕੇ ਉਹ ਭੱਜਿਆ। ਵੈਲ ਭੱਜਿਆ ਤਾਂ ਹੈ, ਕਿਸ ਕਰਕੇ ਭੱਜਿਆ ਇਹ ਚੈੱਕ ਕਰਨਾ ਪੈਣਾ ਆਪਾਂ ਨੂੰ। ਠੀਕ ਹੈ, ਟੂ ਪ੍ਰੋਵਾਈਡ ਡਿਟੇਲਸ ਆਫ ਪਾਰਲੀਮੈਂਟੇਰੀਅਨਸ ਪੋਲੀਟੀਕਲ ਵਿਊਜ਼, ਕੋਈ ਪੋਲੀਟੀਕਲ ਵਿਊ ਦੀ ਗੱਲ ਨਹੀਂ ਹੋਈ ਫਸਟ ਲਾਸਟ ਲਾਈਨ ਦੇ ਵਿੱਚ, ਨੋ। To compare Charles II's beliefs with those of his father, no, nothing like that। ਕਿਤੇ ਉਹਦੇ ਕੰਪੈਰੀਜ਼ਨ, ਮਤਲਬ ਪਹਿਲੀ ਲਾਈਨ ਤੇ ਲਾਸਟ ਲਾਈਨ ਦੇ ਵਿੱਚ ਕਿਤੇ ਵੀ ਕੋਈ ਬਲੀਫ ਦੀ ਗੱਲ ਨਹੀਂ ਹੋਈ, ਪਹਿਲੀ ਤੇ ਲਾਸਟ ਲਾਈਨ ਦੇ ਵਿੱਚ ਕੋਈ ਪਾਰਲੀਮੈਂਟਰੀ ਦੀ ਨਹੀਂ ਗੱਲ ਹੋਈ, ਪਹਿਲੀ ਤੇ ਲਾਸਟ ਲਾਈਨ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੋਈ ਜਿਹਦੇ ਵਿੱਚ ਪ੍ਰੋਪਰ ਡਿਸਕ੍ਰਾਈਬ ਕੀਤਾ ਹੋਵੇ ਕਿ ਬੈਟਲ ਵਿੱਚ ਹੋਇਆ ਕੀ। ਕਿਉਂਕਿ ਪਹਿਲੀ ਲਾਈਨ ਦੇ ਵਿੱਚ ਲਿਖਿਆ ਜਸਟ ਧਿਆਨ ਦਿਓ ਇੱਧਰ ਕਿ ਬੈਟਲ ਜਿਹੜੀ ਹੈ ਉਸ ਤੋਂ ਬਾਅਦ ਉਹ ਉੱਥੋਂ ਨਿਕਲਿਆ। ਠੀਕ ਹੈ, ਆ ਦੇਖੋ ਜੀ, आफ्टर डिफीट, बैटल तो बाद। सो 36वें ਦਾ ਆਨਸਰ ਐਸ ਪਰ ਮਾਈ ਥਿੰਕਿੰਗ ਦੈਟ ਇਜ਼ योर आंसर बी। बेटा मैं भी पहली बार सॉल्व कर रहा, अगर मेरा आंसर गलत हो तो प्लीज कमेंट सैक्शन में ਇਹਨੂੰ थोड़ा दस ਦਿਓ सो दैट ਉਸ ਤੋਂ ਬਾਅਦ ਇਹਨੂੰ ਇੱਕ ਵਾਰੀ ਫਿਰ ਡਿਸਕਸ ਕਰ ਲਾਂਗੇ। ਠੀਕ ਹੈ, ਸੋ ਮੇਰੇ ਅਕੋਰਡਿੰਗ 36ਵੇਂ ਦਾ ਆਨਸਰ ਜਿਹੜਾ ਹੈ ਦੈਟ ਇਜ਼ ਬੀ ਬਿਕੋਜ਼ ਉਹਦੇ ਵਿੱਚ ਐਸਕੇਪ ਦੀ ਗੱਲ ਹੋਈ ਆ, ਕਿਸ ਕਰਕੇ ਐਸਕੇਪ ਹੋਇਆ ਉਹਦੇ ਬਾਰੇ ਹੋਈ ਆ, ਉਹ ਵਿੱਚ ਪ੍ਰੋਪਰ ਲਿਖਿਆ ਹੋਏਗਾ। ਠੀਕ ਹੈ, ਅੱਛਾ ਹੁਣ ਦੇਖੋ, ਹੁਣ ਆਪਾਂ ਕਰਨਾ ਸੈਕਿੰਡ ਜਿਹੜਾ ਪੈਰਾਗ੍ਰਾਫ। ਹੁਣ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਸਾਡਾ ਆਨਸਰ 32ਵਾਂ ਤੇ 33ਵਾਂ ਹੈਗਾ ਆ। ਠੀਕ ਹੈ, 32ਵਾਂ ਕੀ ਹੈ, ਚਾਰਲਸ ਚੂਜ਼ ਪੈਪਸੀਜ਼ ਫॉर द टास्क बिकॉज ही कंसीडर्ड हिम टू बी ट्रस्टवर्दी। ਅੱਛਾ ਜੀ, ਲਿਓ ਜੀ ਧਿਆਨ ਨਾਲ ਸਮਝੋ। ਲੇਟਰ ਈਅਰਸ ਬਾਅਦ ਵਿੱਚ ਜਦੋਂ ਘੁੰਮ ਰਿਹਾ ਸੀਗਾ ਉਸ ਤੋਂ ਬਾਅਦ ਆਫਟਰ ਰੀਸਟੋਰੇਸ਼ਨ ਐਸ ਕਿੰਗ the 50 years old Charles requested a meeting with the writer and diarist Samuel Pepys। ਅੱਛਾ, ਕਹਿਣ ਦਾ ਮਤਲਬ ਕੀ ਹੈ ਕਿ ਬਾਅਦ ਵਿੱਚ ਉਹ ਰਿਸਟੋਰ ਹੋ ਗਿਆ ਸੀ ਐਸ ਕਿੰਗ, ਜਦੋਂ ਯੂਰਪ ਭਟਕ ਰਿਹਾ ਸੀਗਾ ਉਸ ਤੋਂ ਬਾਅਦ ਦੁਬਾਰਾ ਫਿਰ ਉਹਨੂੰ ਗੱਦੀ ਤੇ ਬਿਠਾ ਦਿੱਤਾ ਸੀ ਐਂਡ ਉਸ ਤੋਂ ਬਾਅਦ ਉਹ ਮੀਟਿੰਗ ਕਰਦਾ ਕਿਹਦੇ ਨਾਲ, ਰਾਈਟਰ ਤੇ ਇੱਕ ਜੋ ਡਾਇਰੀ ਲਿਖਦਾ ਸੀਗਾ ਸੈਮੂਅਲ ਪੈਪਸੀਜ਼। ਓਕੇ, ਹਿਜ਼ ਇੰਟੈਂਸ਼ਨ when asked King Pepys to commit his story to paper was to ensure that the most extraordinary episode were never forgotten। ਉਹਨੂੰ ਰਿਕੁਐਸਟ ਕੀਤੀ ਰਾਈਟਰ ਨੂੰ ਕਿ ਉਹਦੀ ਜੋ ਬਹਾਦਰੀ ਦੇ ਕਿੱਸੇ ਨੇ ਜੋ ਬੈਟਲ ਦੇ ਵਿੱਚ ਜਾਂ ਬੈਟਲ ਤੋਂ ਬਾਅਦ ਜੋ ਰਿਸਟੋਰ ਹੋਇਆ ਉਹਨੂੰ ਉਹ ਲਿਖੇ। ਠੀਕ ਹੈ, 1 2 3 hour over 2-3 hour sittings the king related to him in a great detail his personal recollections of the 6 weeks that he spent as fugitive। okay, अच्छा जी, chose Pepys for the task because he considered him to be trustworthy। ਹੁਣ ਜਸਟ ਇੱਕ ਚੀਜ਼ ਆਬਜ਼ਰਵ ਕਰੋ ਬੱਚਾ, ਜਿਹੜੀ ਚੀਜ਼ ਤੁਹਾਨੂੰ ਥੋੜੀ ਜਿਹੀ ਧਿਆਨ ਰੱਖਣੀ ਚਾਹੀਦੀ ਹੈ ਕਿ ਉਹਨੇ ਬੰਦੇ ਨੇ, ਧਿਆਨ ਦਿਓ, ਇੱਥੇ ਸੈਮੂਅਲ ਪੈਪਸੀ ਨੂੰ ਚੂਜ਼ ਕੀਤਾ ਲਿਖਣ ਲਈ ਜੋ ਉਹਦਾ ਗਲੋਰੀਅਸ 6 ਹਫ਼ਤੇ ਦਾ ਰਿਹਾ, ਬਟ ਕਿਤੇ ਵੀ ਇੱਕ ਵੀ ਪੁਆਇੰਟ ਤੇ ਟਰਸਟਵਰਦੀਨੈਸ ਦੀ ਤਾਂ ਗੱਲ ਹੀ ਨਹੀਂ ਹੋਈ ਕਿ ਉਹ ਤੇ ਵਿਸ਼ਵਾਸ ਸੀਗਾ ਤਾਂ ਚੂਜ਼ ਕੀਤਾ, ਇਹਦੇ ਬਾਰੇ ਤਾਂ ਕੋਈ ਗੱਲ ਨਹੀਂ ਹੋਈ। ਸੋ ਇਹਦਾ ਆਨਸਰ ਇਜ਼ ਨਾਟ ਗਿਵਨ। ਉਹਨੇ ਪੈਪਸੀਜ਼ ਨੂੰ ਚੂਜ਼ ਕੀਤਾ, ਦੈਟ ਇਜ਼ ਗੁੱਡ, ਮੈਂ ਮੰਨ ਗਿਆ, ਬਟ ਐਂਡ ਆਫ ਦ ਡੇ ਉਹਦਾ ਟਰਸਟਵਰਦੀ ਹੋਣਾ ਨਹੀਂ ਹੋਣਾ ਬੱਚਾ ਦੈਟ ਇਜ਼ ਨਾਟ ਗਿਵਨ। ਠੀਕ ਹੈ, ਉਹ ਨਹੀਂ ਗੱਲ ਹੋਈ। ਸੋ ਇੱਕ ਚੀਜ਼ ਇੱਥੇ ਧਿਆਨ ਰੱਖੋ,
अच्छा मैं इस पॉइंट तो बाद इस बारे पढ़ भी नहीं रहा आ देखो इस पॉइंट तो बाद क्यों क्योंकि इतने पर्सनल कलैक्शन आ गया ठीक है सो इस चीज का हमेशा ध्यान रखियो कि नॉट गिवन की ਹੁੰਦਾ ਕਿਦਾਂ ਕਿ ਚਾਰਲਸ ਬਾਰੇ ਗੱਲ ਵੀ ਹੋਈ ਹੈ ਪੈਪਸੀਜ਼ ਬਾਰੇ ਵੀ ਗੱਲ ਹੋਈ ਆ ਇਹ ਵੀ ਗੱਲ ਹੋਈ ਹੈ ਕਿ ਉਹਨਾਂ ਨੂੰ ਲਿਖਣ ਨੂੰ ਕਿਹਾ ਬਟ ਕਿਉਂ ਲਿਖਣ ਨੂੰ ਕਿਹਾ ਕਿਸ ਕਰਕੇ ਕਿਹਾ ਇਹਦੇ ਬਾਰੇ ਤਾਂ ਕੋਈ ਗੱਲ ਨਹੀਂ ਹੋਈ ਇਹਦਾ ਮਤਲਬ ਇਹ ਟਰਸਟਵਰਦੀਨੈਸ ਨਹੀਂ ਹੈਗਾ ਉੱਥੇ ਸੋ ਦੈਟ ਇਜ਼ ਯੂਰ ਨਾਟ ਗਿਵਨ ਸੈਕੰਡ ਦੇਖੋ ਹੁਣ ਚਾਰਲਸ ਪਰਸਨਲ ਰੀਕਲੈਕਸ਼ਨ ਆਫ ਦਾ escape lacked sufficient detail ਜਿਹੜੀ ਚਾਰਲਸ ਦੀ ਪਰਸਨਲ ਰੀਕਲੈਕਸ਼ਨ ਸੀਗੀਆਂ ਉਹ escape ਦੀਆਂ ਉਹ ਲੈਕ ਕਰਦੇ ਸੀਗੀਆਂ sufficient detail ਨੂੰ ठीक है ਹੁਣ ਜਿਸ ਇਹ ਚ ਦੇਖੋ ਆਪਾਂ ਇਹੀ ਚੈੱਕ ਕਰਨਾ over 2-3 hours of sittings the king related to him in detail great detail ਆ ਦੇਖੋ ਜੀ ਇੱਥੇ ਲਿਖਿਆ ਹੋਇਆ great detail so that means ਇਹਦਾ ਆਨਸਰ ਤੁਹਾਡਾ ਹੈਗਾ no ਕਿਉਂਕਿ ਉੱਥੇ ਲਿਖਿਆ ਵੀ ਉੱਥੇ ਕੋਈ ਵੀ ਡਿਟੇਲ ਨਹੀਂ ਹੈਗੀ ਇੱਥੇ ਲਿਖਿਆ ਹੋਇਆ ਡਿਟੇਲ ਹੈਗੀ ਆ ਠੀਕ ਹੈ ਸੋ ਇਸ ਢੰਗ ਦੇ ਨਾਲ ਬੱਚਾ ਕਰਨਾ ਅੱਛਾ 34th ਦੇਖੋ Charles indicated to Pepsi that he had planned his escape before the battle. Charles ਨੇ ਇੰਡੀਕੇਟ ਕੀਤਾ ਪੈਪਸੀ ਨੂੰ ਕਿ ਭਾਈ ਜਿਹੜੀ ਤੇਰੀ ਬੈਟਲ ਹੋਈ ਸੀਗੀ ਜਿਹਦੇ ਵਿੱਚ ਉਹਨੂੰ ਨਿਕਲਣਾ ਪਿਆ ਸੀਗਾ ਉਹਨੇ ਉਸ ਤੋਂ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀਗਾ ਭੱਜਣਾ ਮਤਲਬ that was a planning ਹੁਣ ਮੇਰੇ ਅਕੋਰਡਿੰਗ ਪਹਿਲੇ ਮੈਂ ਦੱਸ ਦਿੰਦਾ ਇਹ ਨੋ ਹੈ ਜਸਟ ਬਿਕੋਜ਼ ਉੱਤੇ ਗੱਲ ਲਿਖੀ ਹੋਈ ਆ ਕਿ ਉਹ ਪੈਨੀਲੈਸ ਘੁੰਮ ਰਿਹਾ ਸੀਗਾ ਕਿ ਉਹਦੇ ਕੋਲ ਕੋਈ ਪੈਸਾ ਨਹੀਂ ਸੀਗਾ he had no money and defeated ਹੁਣ ਕਿਹੜਾ ਬੰਦਾ ਆਪਣੇ ਆਪ ਨੂੰ ਇਦਾਂ ਪਲਾਨ ਕਰੂਗਾ ਕਿ ਮੈਂ ਪੈਨੀਲੈਸ ਹੋ ਕੇ ਘੁੰਮੂਗਾ ਜੇ ਉਹਨੇ ਪਲਾਨ ਕੀਤਾ ਹੁੰਦਾ ਤੇ ਉਹਦੇ ਕੋਲ ਉੱਥੇ ਪੈਸੇ ਹੁੰਦੇ ਸੋ ਇਹਦਾ ਆਨਸਰ ਵੈਸੇ ਨੋ ਬਣਦਾ ਪਰ ਆਪਾਂ ਤਾਂ ਵੀ ਐਸ ਪਰ ਦਾ ਕਲੈਰਿਟੀ ਆਪਾਂ ਅੱਗੇ ਚੱਲਦੇ ਹਾਂ ਐਜ਼ ਅ ਕਿੰਗ ਐਂਡ ਅ ਸੈਕਟਰੀ ਸੈਟਲ ਡਾਊਨ a scene that is surely a gift for the future scriptwriter Charles commenced his story after the battle was so absolutely lost as to be beyond the hope of recovery ਲਓ ਜੀ ਆ ਤਾਂ ਲਿਖਿਆ ਹੋਇਆ ਕਿ absolutely lost ਹੋ ਗਈ ਸੀਗੀ as to be beyond the hope of recovery ਰਿਕਵਰ ਕਰਨ ਦੀ ਮੈਂ ਉਮੀਦ ਹੀ ਛੱਡਤੀ ਸੀਗੀ ਸੋ ਬੇਟਾ ਕਾਦੀ ਪਲੈਨਿੰਗ ਇਹਦਾ ਮਤਲਬ ਇਹਦਾ ਆਨਸਰ ਤੁਹਾਡਾ ਹੈਗਾ ਕਿੱਧਰ ਗਿਆ no this is also your no ਠੀਕ ਹੈ ਬਿਕੋਜ਼ ਅਗਰ ਪਲਾਨ ਕੀਤਾ ਹੁੰਦਾ ਤਾਂ ਫਿਰ ਉਹ ਰਿਕਵਰੀ ਦੀ ਤਾਂ ਗੱਲ ਕਰਦਾ ਉਹਨੇ ਪਲਾਨ ਤਾਂ ਕੀਤਾ ਨਹੀਂ ਦਾ ਮਤਲਬ ਠੀਕ ਹੈ ਸੋ ਜਸਟ ਆਬਜ਼ਰਵ ਕਰੋ ਕਿ ਤੁਹਾਡੇ ਜਿਹੜੇ ਯੈਸ ਨੇ ਉਹ ਇੱਕ ਕ੍ਰੋਨੋਲੋਜੀਕਲ ਆਰਡਰ ਵਿੱਚ ਆ ਰਹੇ ਨੇ ਠੀਕ ਹੈ ਹੁਣ ਜਸਟ ਦੇਖੋ ਧਿਆਨ ਦੇ ਨਾਲ ਪਹਿਲਾ ਜਿਹੜਾ ਪੈਰਾਗ੍ਰਾਫ ਹੈ ਉਹਦੇ ਵਿੱਚ ਤੁਹਾਨੂੰ ਲੱਭਿਆ ਸੀਗਾ ਤੁਹਾਡੇ ਐਮਸੀਕਿਊ ਪਹਿਲੇ ਦਾ ਆਨਸਰ ਦੂਜੇ ਵਿੱਚ ਤੁਹਾਨੂੰ ਤੁਹਾਡੇ ਲੱਭ ਗਏ ਯੈਸ ਨੋ ਹੁਣ ਇੱਕ ਯੈਸ ਨੋ ਰਹਿ ਗਿਆ ਦੈਟ ਮੀਨਸ 35ਵਾਂ ਉਹ ਹੋਏਗਾ ਕਿੱਥੇ ਉਹ ਹੋਏਗਾ ਇਹ ਤੋਂ ਅਗਲੇ ਪੈਰਾਗ੍ਰਾਫ ਦੇ ਵਿੱਚ ਇੱਥੇ ਜਿੱਥੇ ਤੁਹਾਡਾ ਪੈਰਾਗ੍ਰਾਫ 3rd ਆ ਦੇਖੋ 37ਵੇਂ ਦਾ ਆਨਸਰ ਵੀ ਨਾਲ ਹੀ ਹੈ 37th ਦਾ ਆਨਸਰ ਸੋ ਆਪਾਂ ਕਰ ਕੀ ਰਹੇ ਆ ਆਪਾਂ ਇੱਕ ਢੰਗ ਦੇ ਨਾਲ ਅਸੀਂ ਯੈਸ ਨੋ ਵੀ ਸੋਲਵ ਕਰੀ ਜਾਂਦੇ ਆ ਅਸੀਂ ਨਾਲ ਨਾਲ ਐਮਸੀਕਿਊ ਵੀ ਸੋਲਵ ਕਰੀ ਜਾਂਦੇ ਆ ਕਹਿਣ ਦਾ ਮੋਟਿਵ ਕੀ ਹੈ ਵੀ ਆਰ ਸੇਵਿੰਗ ਟਾਈਮ ਠੀਕ ਹੈ ਅੱਛਾ ਦੇਖੋ ਧਿਆਨ ਦੇ ਨਾਲ 35ਵਾਂ ਦੇਖੋ ਦਾ ਇਨਕਲੂਜਨ of Charles' account is a positive aspect of the book. Include karna Charles the perspective, his account is a positive aspect. वैसे बनता positive है पर फिर भी देख लेने. One of the joys of Spencer's book. अच्छा, a result not least of its use of Charles II's own narrative as well as those of his supporters is just how close the reader gets to the action. ਆ ਦੇਖੋ ਜੀ ਲਿਖਿਆ ਹੋਇਆ use of Charles Secret's own narrative ਆ ਗਿਆ ਜੀ ਤੁਹਾਡਾ ਇੱਧਰ ਦੇਖੋ inclusion of Charles' own account so that means ਉਹਦਾ ਆਪਣਾ narrative ਐਡ ਕੀਤਾ ਸੀਗਾ ਸੋ ਇਹਦਾ ਆਨਸਰ ਤੁਹਾਡਾ ਹੈਗਾ yes ਠੀਕ ਹੈ ਸਮਝ ਲੱਗ ਗਈ ਸੋ ਇੱਕ ਦੇਖੋ ਬੱਚਾ ਜਿਹੜੀ ਚੀਜ਼ ਤੁਹਾਨੂੰ ਆਬਜ਼ਰਵ ਕਰਨੀ ਚਾਹੀਦੀ ਹੈ ਕਿ ਇੱਥੋਂ ਲੈ ਕੇ this thing ਇੱਥੇ ਤੱਕ ਇੱਕ ਆਰਡਰ ਦੇ ਵਿੱਚ ਯੈਸ ਨੋ ਦੇ ਆਨਸਰਸ ਆਉਂਦੇ ਨੇ ਬੱਚਾ ਇਸ ਢੰਗ ਨਾਲ ਹੀ ਹੁੰਦਾ ਕਿ ਜਿਹੜੇ ਤੁਹਾਡੇ ਯੈਸ ਨੋ ਜਾਂ ਟਰੂ ਫਾਲਸ ਦੇ ਆਨਸਰਸ ਹੁੰਦੇ ਨੇ ਉਹ ਇੱਕ ਕ੍ਰੋਨੋਲੋਜੀਕਲ ਆਰਡਰ ਵਿੱਚ ਹੁੰਦੇ ਨੇ ਠੀਕ ਹੈ ਐਂਡ ਇਸ ਕਰਕੇ ਤੁਹਾਨੂੰ ਪੂਰਾ ਇੱਕ ਵਰਡ ਟੂ ਵਰਡ ਪੜ੍ਹਨ ਦੀ ਆਦਤ ਹੈ ਜਸਟ ਬਿਕੋਜ਼ ਤੁਹਾਨੂੰ ਅਗਲੇ ਤੁਹਾਡੇ ਯੈਸ ਨੋ ਦਾ ਪਤਾ ਲੱਗਦਾ ਰਹਿੰਦਾ ਹੈ ਹੁਣ ਇੱਕ ਧਿਆਨ ਰੱਖਿਓ ਆਪਾਂ ਆ ਪੈਰਾਗ੍ਰਾਫ ਦੇ ਵਿੱਚ ਪੈਰਾਗ੍ਰਾਫ ਜਿਹੜਾ 3 ਹੈ ਉਹਦੇ ਵਿੱਚ 37th ਦਾ ਆਨਸਰ ਵੀ ਲੱਭਣਾ ਹੁਣ 37th ਕੀ ਹੈ
Why does the reviewer include examples of Figgitives' behavior in third paragraph? ਰਿਵਿਊਅਰ ਨੇ ਇਨਕਲੂਡ ਕਿਉਂ ਕੀਤੇ ਨੇ ਐਗਜ਼ਾਮਪਲਸ ਕਿਹਦੇ ਫਿਗੇਟਿਵ ਬਿਹੇਵੀਅਰਸ ਦੇ ਇਨ ਦਾ ਥਰਡ ਪੈਰਾਗ੍ਰਾਫ, ਕਿਉਂ ਕੀਤੇ ਨੇ? ਹੁਣ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖੋ, ਆਪਾਂ ਕਰਨਾ ਕੀ ਆ, ਕੋਸ਼ਿਸ਼ ਕਰਨੀ ਕਿ ਇਹਦੀ ਫਸਟ ਤੇ ਲਾਸਟ ਲਾਈਨ ਪੜ੍ਹ ਲਈਏ, ਕਿਉਂਕਿ ਇਹ ਮੇਨ ਆਈਡੀਆ ਹੋਏਗਾ। ਨਹੀਂ ਆਨਸਰ ਲੱਭਾ ਤਾਂ ਫਿਰ ਆਪਾਂ ਵਿੱਚ ਜ਼ਰੂਰ ਕੁੱਦਾਂਗੇ, ਪਰ ਪਹਿਲੀ ਤੇ ਲਾਸਟ ਲਾਈਨ ਪੜ੍ਹ ਕੇ ਦੇਖਦੇ ਹਾਂ। ਅੱਛਾ, ਪਹਿਲੀ ਲਾਈਨ ਆਪਾਂ ਪੜ੍ਹ ਲਈ ਸੀਗੀ ਕਿ ਜੀ ਉਹਦੇ ਵਿੱਚ ਨੈਰੇਟਿਵ ਉਹਦਾ ਵੀ ਯੂਜ਼ ਹੋਇਆ ਆ ਤੁਹਾਡੇ ਚਾਰਲਸ ਦਾ, ਐਂਡ ਇਸ ਕਰਕੇ ਰੀਡਰ ਨੂੰ ਜ਼ਿਆਦਾ ਸਮਝ ਲੱਗਦੀ ਆ। ਦ ਡੇ ਟੂ ਡੇ ਰੀਟੈਲਿੰਗ ਆਫ ਦ ਫਿਗੇਟਿਵਸ ਡੂਇੰਗ ਪ੍ਰੋਵਾਈਡਸ ਡਿਲੀਸ਼ੀਅਸ ਡਿਟੇਲਸ। ਡੇ ਟੂ ਡੇ ਰੀਟੈਲਿੰਗ ਆਫ ਫਿਗੇਟਿਵਸ ਡੂਇੰਗਸ। ਹੁਣ ਦੇਖੋ ਅਗਲੀ ਲਾਈਨ ਵਿੱਚ ਲਿਖਿਆ ਕਿ ਜਦੋਂ ਡੇ ਟੂ ਡੇ ਉਹਨਾਂ ਦੇ ਦੱਸਦੇ ਨੇ ਕਿ ਕਿਸ ਢੰਗ ਦੇ ਨਾਲ ਉਹ ਸਾਰਾ ਕੁਝ ਕਰਦੇ, ਇਟ ਗਿਵਸ ਯੂ ਅ ਪ੍ਰੋਪਰ ਡਿਲੀਸ਼ੀਅਸ ਡਿਟੇਲ। ਦ ਕਟਿੰਗ ਆਫ ਕਿੰਗਸ ਲੌਂਗ ਹੇਅਰ ਵਿਦ ਐਗਰੀਕਲਚਰ shears, the use of walnut leaves to dye his pale skin, and the day Charles spent lying on the branch of the great oak tree in the Boscobel wood as a parliamentary soldier scout the ਫਲਾਨਾ ਫਲਾਨਾ ਫਲਾਨਾ। ਇਨੀ ਡਿਟੇਲਸ ਜਾਣ ਦੀ ਲੋੜ ਨਹੀਂ, ਪਰ ਇਹਨਾਂ ਪਤਾ ਲੱਗਾ ਵੀ ਉਹ ਜੋ ਡਿਟੇਲ ਦਿੰਦਾ ਉਹ ਡਿਟੇਲ ਪੜ੍ਹ ਕੇ ਜ਼ਿਆਦਾ ਵਧੀਆ ਲੱਗਦਾ ਰੀਡਰ ਨੂੰ, ਤਾਂ ਐਡ ਕੀਤੀ ਗਈ ਆ। ਲਾਸਟ ਲਾਈਨ ਫਿਰ ਵੀ ਪੜ੍ਹ ਲੈਂਦੇ ਆ। ਐਂਡ ਕਿੱਥੇ ਗਈ ਲਾਈਨ ਸ਼ੁਰੂ ਹੁੰਦੀ ਆ, ਇਟ ਸਟਾਰਟਸ ਫਰੋਮ, ਕਾਫੀ ਵੱਡੀ ਲਾਈਨ ਇੱਥੇ ਲਿਖਿਆ ਹੋਇਆ। Spencer draws out both humor such as preposterous refusal of the Charles friends Henry Walmart to adapt disguise on the grounds that it is beneath his dignity, and the emotional tension when the secrets of the king's presence was cautiously revealed to the supporters. No, answer ਇੱਥੇ ਹੀ ਹੈ, answer is here ਕਿ delicious details ਮਿਲਦੀਆਂ ਨੇ। ਅੱਛਾ, ਇਹਨੂੰ ਚੈੱਕ ਕਰਦੇ ਇੱਥੇ, let's have the word from here to explain how close Charles II came to his losing his life। ਨਾ ਬਿਲਕੁਲ ਨਹੀਂ, ਕੋਈ ਇੱਕ ਜ਼ਿਕਰ ਨਹੀਂ ਹੋਇਆ losing his life ਦੀ ਗੱਲ। to suggest the Charles II supporters were badly prepared, no, not even a single time it has been written। to illustrate how events of the 6 weeks are brought to life। ਹਾਂ ਇਹ ਹੋ ਸਕਦਾ just because ਲਿਖਿਆ ਹੋਇਆ, ਦੇਖੋ cutting off king's long hair, agriculture shears, walnut leaves, pale skin। ਸੋ ਤੁਹਾਡੀ ਉਹ ਆ ਗਈ ਕਿ 6 ਉਹਨਾਂ ਦੇ ਇਵੈਂਟ ਕਿੱਦਾਂ ਰਹੇ, ਸੋ ਉਹਦੇ ਬਾਰੇ ਲਿਖਿਆ ਹੋਇਆ। to argue that certain aspects are not well known as they should be, ਨਾ proper, it is written properly, so answer is your C। ਆ ਦੇਖੋ, ਠੀਕ ਹੈ ਜੀ, ਸੋ ਆ ਤੁਹਾਡਾ ਆਨਸਰ ਹੈਗਾ ਇੱਥੇ। here is your answer। one second ਆ ਦੇਖੋ ਜੀ, ਇੱਥੇ ਲਿਖਿਆ ਹੋਇਆ, ਆ ਦੇਖੋ ਜਿੱਥੇ ਪ੍ਰੋਪਰ ਡਿਟੇਲ ਦਿੱਤੀ ਹੋਈ ਹੈ ਪਿੱਛੇ ਉਹਨੇ ਇਵੈਂਟ ਕਿਦਾਂ ਉਹਨੇ ਬਾਲ ਕੱਟੇ, ਉਹ ਸਾਰਾ ਕੁਝ ਕੀਤਾ। ਸੋ ਹੇਅਰ ਇਟ ਇਜ਼ ਪ੍ਰੋਪਰਲੀ ਰਿਟਨ, ਠੀਕ ਹੈ। ਅੱਛਾ, ਹੁਣ ਇੱਕ ਦੇਖੋ ਅਗਲਾ, ਨੈਕਸਟ 38th ਕੀ ਹੈ, which point does the reviewer make about Charles II in the fourth paragraph। fourth paragraph ਦੇ ਵਿੱਚ ਜਿਹੜਾ ਤੁਹਾਡਾ ਚਾਰਲਸ ਹੈਗਾ ਆ ਉਸ ਦੇ ਬਾਰੇ ਕੀ ਗੱਲ ਕਹੀ ਹੈ, ਠੀਕ ਹੈ। ਸੋ ਇਸ ਚੀਜ਼ ਦਾ ਥੋੜਾ ਧਿਆਨ ਰੱਖਣਾ। ਹੁਣ ਫੋਰਥ ਪੈਰਾਗ੍ਰਾਫ ਸ਼ੁਰੂ ਕਿੱਥੋਂ ਹੁੰਦਾ, ਆ ਰਿਹਾ ਜੀ ਇੱਥੋਂ। ਸੋ ਦਿਸ ਇਜ਼ ਯੋਰ ਫੋਰਥ ਪੈਰਾਗ੍ਰਾਫ, ਠੀਕ ਹੈ ਜੀ। ਕੀ ਗੱਲ ਕਹੀ ਹੈ ਫੋਰਥ ਪੈਰਾਗ੍ਰਾਫ ਦੇ ਵਿੱਚ, ਕੀ ਪੁਆਇੰਟ ਕੀਤਾ ਰੇਜ਼, ਆਪਾਂ ਫਸਟ ਤੇ ਲਾਸਟ ਲਾਈਨ ਪੜ੍ਹ ਕੇ ਦੇਖਣਾ। ਚਾਰਲਸ ਐਡਵੈਂਚਰਸ ਆਫਟਰ ਲੂਜ਼ਿੰਗ ਦ ਬੈਟਲ ਆਫ ਦ ਵਰਸਕਿਟਰ hide the uncomfortable truth that whistles almost everyone in England has been applied by the execution of his father। They had not welcomed the arrival of his son with the Scott family, but instead family bottled their doors। ਕਿ ਚਾਰਲਸ ਜੋ ਐਡਵੈਂਚਰ ਸੀਗਾ ਬੈਟਲ ਹਾਰਨ ਤੋਂ ਬਾਅਦ ਉਹ ਬਹੁਤਾ ਚੰਗਾ ਨਹੀਂ ਰਿਹਾ, ਬਿਕੋਜ਼ ਉਹਨੂੰ ਉਹਦੀ ਇੰਗਲੈਂਡ ਦੇ ਲੋਕਾਂ ਨੇ ਬਹੁਤਾ ਸਵਾਗਤ ਨਹੀਂ ਕੀਤਾ ਬਿਕੋਜ਼ ਆਫ ਹਿਸ ਐਗਜ਼ੀਕਿਊਸ਼ਨ ਜਿਹੜੀ ਉਹਦੇ ਫਾਦਰ ਦੀ ਹੋਈ ਸੀ, ਐਂਡ ਉਹ ਆਪਣੇ ਸਕਾਊਟ ਆਰਮੀ ਦੇ ਨਾਲ ਆਇਆ ਸੀਗਾ। ਓਕੇ, ਲਾਸਟ ਲਾਈਨ ਮੈਂ ਸਿਰਫ ਇੱਥੇ ਤੱਕ ਪੜ੍ਹਿਆ ਬੱਚੇ, ਸਿਰਫ ਇੱਥੇ ਤੱਕ till here। ਲਾਸਟ ਲਾਈਨ ਦੇਖਦੇ ਹਾਂ, where is the last line। It is hard to imagine many other kings making the lowest point of their lives so enthusiastically, so indeed pulling off such an escape to the first place। Okay, so that means कि when he came back to England ਉਹਨੂੰ ਬਹੁਤ ਵਧੀਆ ਟ੍ਰੀਟ ਨਹੀਂ ਕੀਤਾ ਗਿਆ। Okay, so ਇੱਕ ਵਾਰ ਇਹਨੂੰ ਕਰਨ ਦੀ ਕੋਸ਼ਿਸ਼ ਕਰਦੇ ਆ। He chose to celebrate what was essentially a defeat। ਇੱਥੇ ਲਿਖਿਆ ਹੋਇਆ hard to imagine how other kings marking the lowest point of their life so enthusiastically celebrate ਕੀਤਾ, ਇੱਥੇ ਲਿਖਿਆ ਹੋਇਆ। ਓਕੇ, ਚਲੋ ਦੇਖਦੇ ਹਾਂ
He misunderstood the motives of his opponents. No reference to opponents, please. ਇੱਥੇ ਆ ਨਹੀਂ ਗੱਲ ਹੋਈ. Nothing like that. अच्छा, he aimed to restore people's faith in the monarchy. No, अगर aim कीता ते थे aim दी कोई ना कोई कितने कितने गल होनी सीगी. No reference to it. He was driven by a desire to be popular. No, not a driven by a desire to be popular. Answer ਇਹਦਾ A है. Just because आ लिखा होया देखो. That lowest point of life ਉਹਨੇ so enthusiastically ਕੀਤਾ ਕਿ ਉਹ ਉਹਨੇ ਉਸ ਚੀਜ਼ ਨੂੰ ਸੈਲੀਬ੍ਰੇਟ ਕੀਤਾ. ठीक है. एंड लोएस्ट पॉइंट ऑफ लाइफ ਉਹਦਾ ਕੀ ਸੀਗਾ when he came back and people of England ਉਹਨਾਂ ਨੇ ਗ੍ਰੀਟ ਨਹੀਂ ਕੀਤਾ ਉਹਨੂੰ ਚੱਜ ਦੇ ਨਾਲ. ਸੋ ਇਨ ਦਿਸ ਵੇ ਦੇ ਵਰ ਏਬਲ ਟੂ ਥੋੜਾ ਜਿਹਾ ਆਪਣਾ ਇੱਕ ਉਹਨਾਂ ਨੇ ਨਾ ਉਹ ਟੈਲੀਏਟ ਕੀਤਾ ਸੀਗਾ. ਸੋ ਦੈਟ ਵਾਸ ਦ ਲੋਐਸਟ ਪੁਆਇੰਟ ਐਂਡ ਇਸ ਕਰਕੇ ਉਹਨੇ ਉਸ ਚੀਜ਼ ਨੂੰ ਵੀ ਸੈਲੀਬ੍ਰੇਟ ਕੀਤਾ. ਸੋ ਯੋਰ ਆਂਸਰ ਟੂ 38th ਇਜ਼ ਯੋਰ A. ਠੀਕ ਹੈ. ਅੱਛਾ ਅੱਗੇ ਦੇਖੋ 39th. What does the reviewer says about Charles Spencer in the 5th paragraph? 5th paragraph ਦੇ ਵਿੱਚ ਚਾਰਲਸ ਸਪੈਂਸਰ ਕੀ ਕਹਿ ਰਿਹਾ ਆ? ਜਸਟ ਅਬਜ਼ਰਵ ਕਰੋ. ਔਰ ਹੈ ਜੀ 5th paragraph ਐਂਡ ਇਸ ਤੋਂ ਬਾਅਦ ਆ 6th paragraph ਇੱਥੋਂ ਸ਼ੁਰੂ ਹੁੰਦਾ. ਦਿਸ ਇਜ਼ ਯੋਰ 6th paragraph. ਠੀਕ ਹੈ. ਰਿਵਿਊਅਰ ਨੇ ਕੀ ਕਿਹਾ ਆ 5th paragraph ਦੇ ਵਿੱਚ? ਆਪਾਂ ਫਸਟ ਤੇ ਲਾਸਟ ਲਾਈਨ ਪੜ੍ਹ ਕੇ ਦੇਖਣਾ. ਬੱਚਾ ਇਹ ਮੈਥਡ ਪਤਾ ਕੀ ਹੈ? ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਇੱਕ ਨਾ ਪੈਰਾਗ੍ਰਾਫ ਦਾ ਮੇਨ ਆਈਡੀਆ ਲੱਭ ਜਾਂਦਾ ਐਂਡ ਹਮੇਸ਼ਾ ਉਹ MCQs ਇਸ ਢੰਗ ਨਾਲ ਕਰਨੇ ਸੌਖੇ ਹੋ ਜਾਂਦੇ ਜਿਹਦੇ ਵਿੱਚ ਪ੍ਰੋਪਰ ਲਿਖਿਆ ਹੋਵੇ ਕਿ ਪੈਰਾਗ੍ਰਾਫ 5th ਵਿੱਚ ਕੀ ਕਿਹਾ, ਪੈਰਾਗ੍ਰਾਫ 6th ਵਿੱਚ ਕੀ ਕਿਹਾ, ਕਿਉਂਕਿ ਐਂਡ ਆਫ ਦਾ ਡੇ ਦੈਟ ਇਜ਼ ਆਲਵੇਜ਼ ਅ ਮੇਨ ਆਈਡੀਆ ਵਿਚ ਦੇ ਆਰ ਰੈਫਰਿੰਗ ਟੂ. ਸੋ ਉਹਦਾ ਥੋੜਾ ਧਿਆਨ ਰੱਖਿਓ. ਚਾਰਲਸ ਸਪੈਂਸਰ ਇਜ਼ ਅ ਪਰਫੈਕਟ ਪਰਸਨ ਟੂ ਪਾਸ ਦ ਸਟੋਰੀ ਔਨ ਟੂ ਅ ਨਿਊ ਜਨਰੇਸ਼ਨ. ਕਿ ਉਹ ਇੱਕ ਚੀਜ਼ ਪਰਫੈਕਟ ਪਰਸਨ ਹੈ ਟੂ ਪਾਸ ਦ ਸਟੋਰੀ ਟੂ ਦ ਨਿਊ ਜਨਰੇਸ਼ਨ. ਵੈਰੀ ਗੁੱਡ. ਅੱਛਾ ਹੁਣ ਇਹਦੇ ਵਿੱਚ ਜਸਟ ਲਾਸਟ ਲਾਈਨ ਕਿੱਥੇ ਗਈ? Indeed, the opening third of the book about Charles II found himself at Besseguer in the first place, which for some will be reason alone to read to catch a king. So ਕਹਿਣ ਦਾ ਮੋਟਿਵ ਕੀ ਹੈ ਕਿ ਜਿਹੜੀ ਉਹ ਬੁੱਕ ਹੈਗੀ ਆ ਜਿਹਦੇ ਵਿੱਚ ਕਹਿ ਲਓ ਕਿ ਉਹ ਇੱਕ ਇਨਫੋਰਮੇਸ਼ਨ ਪਾਸ ਕਰਦਾ ਉਹ ਕੀ ਰੈਫਰ ਕਰਦੀ ਹੈ? ਸੋ ਇਹਦੇ ਵਿੱਚ ਇਹ ਗੱਲ ਕਰਦੀ ਹੈ ਕਿ ਐਂਡ ਆਫ ਦਾ ਡੇ ਹੀ ਇਜ਼ ਦ ਬੈਸਟ ਪਰਸਨ ਟੂ ਸੇ ਇਟ ਆਲ ਐਂਡ ਉਸ ਤੋਂ ਬਾਅਦ ਉਸ ਚੀਜ਼ ਨੂੰ ਉਹ ਕਿੱਦਾਂ ਲੈਂਦਾ ਪਿਆ ਉਹਦੀ ਇੱਕ ਓਪਨਿੰਗ ਪ੍ਰੋਪਰ ਦਿੱਤੀ ਹੈ. ਸੋ ਆਪਾਂ ਇਹਨੂੰ ਇੱਕ ਢੰਗ ਨਾਲ ਸਮਝ ਕੇ ਦੇਖਦੇ ਹਾਂ. ਹਿਸ ਡਿਸੀਜਨ ਟੂ ਰਾਈਟ ਅ ਬੁੱਕ ਕਮਸ ਟੂ ਸਰਪ੍ਰਾਈਜ਼. ਨੋ ਰੈਫਰੈਂਸ ਟੂ ਸਰਪ੍ਰਾਈਜ਼. ਨੋ ਨਥਿੰਗ. ਕੋਈ ਸਰਪ੍ਰਾਈਜ਼ ਦੀ ਗੱਲ ਨਹੀਂ ਫਸਟ ਲਾਸਟ ਲਾਈਨ ਦੇ ਵਿੱਚ. He takes an unbiased approach to the subject matter. I don't know about it. No reference to it. His description of events would be better if they included more detail. ਇੰਨੀ ਤਾਂ ਡਿਟੇਲ ਦੇ ਦਿੱਤੀ, ਇਹ ਤੋਂ ਬਾਅਦ ਕੀ ਦੇਣੀ ਹੈ? No, it cannot be there. ਇਹਦੇ ਬਾਰੇ ਕੋਈ ਗੱਲ ਨਹੀਂ ਹੋਈ. He chose language that is suitable for 21st century audience. No reference to the audience. ਕਿਤੇ 21st century ਦੀ ਗੱਲ ਹੀ ਨਹੀਂ ਹੋਈ. ਸੋ ਇਹਦਾ ਆਨਸਰ B ਹੈ. ਬੱਚਾ ਇੱਕ ਚੀਜ਼ ਓਬਜ਼ਰਵ ਕਰੋ ਹਾਊ ਆਈ ਡਿਡ ਇਟ. ਜਦੋਂ ਮੈਂ ਪਹਿਲੀ ਵਾਰੀ B ਪੜ੍ਹਿਆ ਮੈਨੂੰ ਉਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਕਿ ਉਹਦਾ ਸਬਜੈਕਟ ਮੈਟਰ ਉਹ ਬਾਇਸਡ ਹੈ ਕਿ ਨਹੀਂ ਹੈ. ਸੋ ਇਹਦੇ ਬਾਰੇ ਮੈਨੂੰ ਡਿਟੇਲ ਵਿੱਚ ਅੱਗੇ ਪੜ੍ਹਨਾ ਪੈਣਾ. ਬਟ ਮੈਂ ਇੰਨਾ ਜ਼ਰੂਰ ਦੇਖਿਆ ਕਿ ਫਸਟ ਤੇ ਲਾਸਟ ਲਾਈਨ ਦੇ ਵਿੱਚ ਕੋਈ ਰੈਫਰੈਂਸ ਸਰਪ੍ਰਾਈਜ਼ ਬਾਰੇ ਨਹੀਂ ਦਿੱਤੀ, ਕੋਈ ਰੈਫਰੈਂਸ ਮੋਰ ਡਿਟੇਲ ਬਾਰੇ ਨਹੀਂ ਦਿੱਤੀ, ਕਿਉਂਕਿ ਪਹਿਲਾਂ ਆਪਾਂ ਉਸ ਪੈਰਾਗ੍ਰਾਫ ਮੇਰੇ ਕੋਲ B ਵਿੱਚ ਪੜ੍ਹਿਆ ਸੀ ਕਿ ਗ੍ਰੇਟ ਡਿਟੇਲ ਹੈਗੀ ਹੈ. ਸੋ ਉਹ ਚੀਜ਼ ਧਿਆਨ. ਐਂਡ ਆਡੀਅנס ਬਾਰੇ ਕੋਈ ਗੱਲ ਨਹੀਂ ਹੋਈ, ਕੋਈ 21st ਸੈਂਚੁਰੀ ਬਾਰੇ ਇੱਥੇ ਗੱਲ ਨਹੀਂ ਹੋਈ. ਸੋ ਇਸ ਢੰਗ ਦੇ ਨਾਲ ਆਈ ਜਸਟ ਟਰਾਈਡ ਟੂ ਡੂ ਇਟ. ਸੋ ਇੱਕ ਢੰਗ ਹੈ. ਲਾਸਟ ਦੇਖੋ, when the reviewer says a book doesn't quite hit the mark. The book doesn't quite hit the mark ਮਤਲਬ ਲੋਕਾਂ ਨੂੰ ਜਾਂ ਪਸੰਦ ਨਹੀਂ ਆਈ ਜਾਂ ਉਹ ਗੱਲ ਨਹੀਂ ਬਣੀ ਬੁੱਕ ਦੀ. She is making the point that ਉਹ ਕੀ ਪੁਆਇੰਟ ਬਣਾ ਰਹੀ ਆ. ਹੁਣ ਇਹ 'ਚ ਜਸਟ ਇੱਕ ਦੇਖਣਾ ਆਪਾਂ ਕਿ ਇਹ ਕਿੱਥੇ ਲਿਖਿਆ ਹੋਇਆ ਆਹ ਵਾਲੀ ਗੱਲ ਜਿਹੜੀ doesn't quite hit the mark. ਇਹ ਪ੍ਰੋਪਰ ਤੁਹਾਨੂੰ ਵਰਡ ਐਗਜ਼ੈਕਟ ਹੀ ਲੱਭਣਗੇ. ਆ ਰਿਹਾ ਜੀ. sorry let me हाँ आ रहा it's here. quite hit the mark. the book doesn't quite hit the mark. ठीक है. so it's over here. ਸੋ ਇੱਕ ਚੀਜ਼ ਇੱਥੇ ਧਿਆਨ ਰੱਖਣੀ ਆ ਕਿ ਇੱਥੇ ਕੀ ਸਮਝ ਆਉਂਦਾ ਇਸ ਚੀਜ਼ ਤੋਂ ਆਪਾਂ ਨੂੰ. ਠੀਕ ਹੈ. ਕੀ ਪੁਆਇੰਟ ਬਣਾਉਣਾ ਚਾਹੁੰਦੀ ਹੈ. ਸੋ ਇਸ ਮੌਕੇ ਤੇ ਬੱਚਾ ਕਰਨਾ ਕੀ ਆ, ਜਸਟ ਆ ਤੁਹਾਨੂੰ ਪੂਰਾ ਪੜ੍ਹਨਾ ਪੈਣਾ. ਆ ਜਿੰਨੀ ਆ ਹੈਗੀ ਆ ਸਾਰੀ ਇਹਦੇ ਵਿੱਚ ਯੂ ਕੈਨ ਨਾਟ escape anything.
This is the one area where the book doesn't quite hit the mark. Okay, instead its depiction of Charles II in the final years as an ineffective, pleasure-loving monarch doesn't do justice to the man or to the complexity of his character. But this one niggle aside to catch a king is an excellent read. ਓਕੇ, ਇਹਦਾ ਮਤਲਬ ਕਹਿਣ ਦੀ ਮਤਲਬ ਕੀ ਹੈ ਕਿ ਉਹਨੇ ਪ੍ਰੋਪਰ ਉਹਨੂੰ ਡਿਪਿਕਟ ਨਹੀਂ ਕੀਤਾ, ਠੀਕ ਹੈ। ਅੱਛਾ, ਇਟ ਓਵਰਲੁਕਸ ਇੰਪੈਕਟ ਆਫ ਇਵੈਂਟਸ ਔਨ ਆਰਡੀਨਰੀ ਪੀਪਲ, ਨੋ ਰੈਫਰੈਂਸ ਟੂ ਪੀਪਲ। ਇਹ ਚਾਰਲਸ ਦੇ ਆਪਣੇ ਉਹਦੇ ਬਾਰੇ ਗੱਲ ਹੈ, ਇਹਦੇ ਬਾਰੇ ਕੋਈ ਗੱਲ ਨਹੀਂ ਹੋਈ। ਇਟ ਲੈਕਸ ਐਨਾਲਿਸਿਸ ਆਫ ਪ੍ਰੀਵੇਲੈਂਟ ਵਿਊਜ਼ ਔਨ ਮੋਨਾਰਕੀ, ਨਾ, ਬਿਕੋਜ਼ ਚਾਰਲਸ ਦੇ ਬਾਰੇ ਗੱਲ ਹੋਈ ਹੈ। It omits any reference to dissect practiced by Charles during his time of hiding. Charles ਦੀ ਗੱਲ ਹੋਈ ਹੈ, but reference to the dissect practiced by Charles. Let me read here. The days and nights spent in the hiding must be affected him in some way. Did this assume disguise to survive? No reference to this. It fails to address whether Charles' experience has lasting influence on him. Well, this can be true just because ਕਿਤੇ ਨਾ ਕਿਤੇ ਉਹਦੀ ਪਰਸਨੈਲਿਟੀ ਬਾਰੇ ਗੱਲ ਹੋਈ ਸੀਗੀ। ਆ ਦੇਖੋ, justice to a man, complexity of nature, influence him, ਉਹਦੀ influence ਦੀ ਗੱਲ ਹੋਈ ਹੈ। ਸੋ ਆ ਰਿਹਾ ਉਹਦਾ ਆਨਸਰ, ਠੀਕ ਹੈ। ਸੋ ਇਸ ਢੰਗ ਦੇ ਨਾਲ this is the way, ਠੀਕ ਹੈ ਜੀ, ਸਮਝ ਲੱਗ ਗਈ। ਸੋ ਕਲੀਅਰ ਹੋਇਆ ਕਿਸ ਢੰਗ ਦੇ ਨਾਲ MCQs ਕੀਤੇ ਨੇ ਬੱਚੋ। ਹੁਣ ਜਸਟ ਇੱਕ ਅਬਜ਼ਰਵ ਕਰੋ ਆਪਾਂ ਹੁਣ ਕਰਨਾ ਕੀ ਹੈ। ਸਿੰਸ ਵੀ ਹੈਵ ਡਨ ਦਿਸ ਆਲ, ਆਪਾਂ ਨੋਟ ਗਿਵਨ ਵੀ ਕਰ ਲਏ, ਨੋ ਯੈਸ ਵੀ ਕਰ ਲਏ, MCQs ਵੀ ਕਰ ਲਏ, ਵੀ ਹੈਵ ਡਿਸਕਸਡ ਇਟ ਥੋਰਲੀ। ਹੁਣ ਆ ਗਈ ਤੁਹਾਡੀਆਂ ਬਲੈਂਕਸ। ਆਲ ਰਾਈਟ, ਹੁਣ ਇੱਕ ਦੇਖੋ ਜਸਟ ਧਿਆਨ ਦੇ ਨਾਲ ਕਿ ਆਪਾਂ ਆਲਮੋਸਟ ਸਾਰਾ ਪੈਸੇਜ ਪੜ੍ਹ ਲਿਆ, ਠੀਕ ਹੈ। ਵੀ ਹੈਵ ਗੈਦਰਡ ਦ ਇਨਫੋਰਮੇਸ਼ਨ ਕਿਸ ਬਾਰੇ ਆ। ਆਪਾਂ ਜਸਟ ਇੱਕ ਪਹਿਲੇ ਪੈਰਾਗ੍ਰਾਫ ਦਾ ਆ ਨਹੀਂ ਪੜ੍ਹਿਆ, ਪਹਿਲਾ ਪੈਰਾਗ੍ਰਾਫ ਪੂਰਾ ਨਹੀਂ ਪੜ੍ਹਿਆ। ਐਂਡ ਦਿਸ ਇਜ਼ ਮਾਈ ਅਜ਼ੰਪਸ਼ਨ ਕਿ ਇਹਦੇ ਆਂਸਰਸ ਇੱਥੇ ਹੋਣੇ ਚਾਹੀਦੇ ਆ। ਬਟ ਇਹਨੂੰ ਕਰਨ ਦਾ ਸਟਾਈਲ ਦੇਖੋ ਕੀ ਹੈ। ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਜਿਹੜੀ ਸਮਰੀ ਸੀਗੀ ਉਹਦੇ ਵਿੱਚ ਪ੍ਰੋਪਰ ਲਿਖਿਆ ਵੀ ਇਹਦੇ ਵਿੱਚ ਆ ਹੋਇਆ, ਇਹਦੇ 'ਚ ਆ ਹੋਇਆ। ਸੋ ਆਪਾਂ ਕਰਨਾ ਕੀ, ਪਹਿਲਾਂ ਤਾਂ ਦੇਖਣਾ 1651 ਆ ਲਓ ਜੀ, ਆ ਤੁਹਾਡਾ ਲੱਭ ਗਿਆ 1651। So here is your 1651. Good, we found it. ਅੱਛਾ, ਹੁਣ ਆਪਾਂ ਕਰੀਏ ਕੀ, ਸਭ ਤੋਂ ਪਹਿਲਾਂ ਤੇ ਆਪਾਂ ਸੋਲਵ ਕਰਦੇ ਹਾਂ। ਲੈਟਸ ਟਰਾਈ ਟੂ ਸੋਲਵ ਇਟ। Charles II's father was executed by parliamentary forces in 1649. Where is 1649? आ रहा जी 1649 आ रहा, ठीक है। Okay, Charles II then formed a dash with the Scouts. ਉਹਨੇ ਕੀ ਐਸਾ ਬਣਾਇਆ ਸੀਗਾ with that ਕਿ ਉਹ ਤੋਂ ਬਾਅਦ ਉਹ ਕਿੰਗ ਬਣ ਗਿਆ ਸੀਗਾ ਸਕਾਊਟਸ ਦਾ। He did not create any military innovation. ਕਿਤੇ ਨਾ ਕਿਤੇ ਸੰਧੀ ਕੀਤੀ ਹੋਣੀ ਆ, relative safety ਨਹੀਂ, political debate ਨਹੀਂ, religious conviction ਨਹੀਂ। ਬੱਚਾ ਇੱਕ ਚੀਜ਼ ਦੇਖੋ, ਮੈਂ ਜਸਟ eliminate ਕਰ ਰਿਹਾ। ਲਾਰਜ ਰਿਵਾਰਡ ਬਣਾਈ ਦਾ ਨਹੀਂ ਹੁੰਦਾ, ਰਿਵਾਰਡ ਦੇਈਦਾ ਹੁੰਦਾ। He made a new government, no ਫਾਦਰ ਨੂੰ ਡੈਥ ਐਗਜ਼ੀਕਿਊਟ ਕਰਨ ਲਈ ਗਵਰਨਮੈਂਟ ਨਹੀਂ ਬਣਾਈ ਜਸਟ ਬਿਕੋਜ਼ ਉਹ ਮੁੜ ਕੇ ਤਾਂ ਵਾਪਸ ਆਇਆ ਸੀਗਾ। ਸਟ੍ਰੈਟੇਜਿਕ ਅਲਾਇੰਸ, ਇਟ ਕੈਨ ਬੀ, ਅਲਾਇੰਸ ਹੁੰਦਾ ਹੈ ਸੰਧੀ ਕਰਨੀ। ਵਾਈਟ ਸਾਈਡ ਕਨਸਪੀਰੇਸੀ ਨਹੀਂ, ਕਨਸਪੀਰੇਸੀ ਕੀਤੀ ਔਰ ਵਾਈਟ ਸਪਰੈਡ ਨਹੀਂ ਸੀਗੀ। ਡਿਸਾਈਸਿਵ ਵਿਕਟਰੀ, ਨੋ। ਪੋਪੂਲਰ ਸੋਲਿਊਸ਼ਨ, ਨੋ। ਇਹਦਾ ਆਨਸਰ ਐਚ ਹੈ, ਜਸਟ ਬਿਕੋਜ਼ ਸਟ੍ਰੈਟੇਜਿਕ ਅਲਾਇੰਸ। ਇਹਨੂੰ ਇੱਕ ਵਾਰੀ ਚੈੱਕ ਵੀ ਕਰ ਲੈਂਦੇ ਆ। After his father was executed by parliamentarians in the young Charles sacrificed one of his principal father, died and did a deal आ रहा, just observe करो बच्चों, did a deal आ लो जी, deal with scouts, so that is your strategic alliance, ठीक है। तो समझ लगा किस ढंग ਦੇ ਨਾਲ ਕੀਤਾ। ਤੁਸੀਂ ਇਹ ਦੇਖੋ ਆਨਸਰ ਲੱਭਣ ਤੋਂ ਪਹਿਲਾਂ ਮੇਰੇ ਦਿਮਾਗ 'ਚ ਇੱਕ ਆਨਸਰ ਆ ਗਿਆ ਸੀਗਾ, ਮੈਂ ਉਹਨੂੰ ਸਿਰਫ ਜਾ ਕੇ ਕਨਫਰਮ ਕੀਤਾ, ਠੀਕ ਹੈ। ਸੋ ਇੱਕ ਅਗਲਾ ਦੇਖਦੇ ਇਸ ਤੋਂ ਬਾਅਦ ਕਿੱਧਰ ਗਿਆ। And in order to become king of Scouts, he abandoned an important dash that was held by his father. ਹੁਣ ਉਹਨੇ ਫਾਦਰ ਨੇ ਕੀ ਹੈਲਡ ਕੀਤਾ ਸੀਗਾ, that was principle. ਹੁਣ ਇੱਕ ਚੀਜ਼ ਧਿਆਨ ਦੇਖੋ ਬੱਚਾ ਕਿ ਉਹਨਾਂ ਨੇ ਪ੍ਰਿੰਸੀਪਲ ਨੂੰ ਕਿੱਦਾਂ ਲਿਖਿਆ ਹੋ ਸਕਦਾ, ਠੀਕ ਹੈ। that cannot be your military innovation, no. cross it. relative safety, no. political debate नहीं, principle
रिलीजियस कन्विक्शन हो सकता है, रिवॉर्ड नहीं, गवर्नमेंट नहीं, अलायंस नहीं, बाय सेपरेट नहीं, नहीं नहीं, रिलीजियस कन्विक्शन बिल्कुल ठीक है। आंसर इज दिस, आंसर इज योर जे। पहले का आंसर आएगा ਤੁਹਾਡਾ एच, देन ਤੁਹਾਡਾ आ गया जे, जस्ट बिकॉज आ देखो लिखिया वन ऑफ द इंपॉर्टेंट प्रिंसिपल्स। एक चीज ध्यान रखियो, ਜਿਹੜੀ ਤੁਹਾਡੀ ਡੱਬੇ ਵਾਲੀ ਸਮਰੀ ਹੁੰਦੀ ਨਾ ਉੱਥੇ ਆਨਸਰਸ ਅੱਗੇ ਪਿੱਛੇ ਹੋ ਸਕਦੇ ਆ ਬਟ ਹੋਣਗੀ ਲੋਕੇਸ਼ਨ ਉੱਥੇ, ਠੀਕ ਹੈ। ਹੁਣ ਪ੍ਰਿੰਸੀਪਲਸ ਆਰ ਕਾਲਡ ਰਿਲੀਜੀਅਸ ਕਨਵਿਕਸ਼ਨਸ, ਜਿਹਦੇ ਵਿੱਚ ਕਹਿ ਲਓ ਕਿ ਅਸੀਂ ਕਹਿੰਦੇ ਹੁੰਦੇ ਕਿ ਬੰਦੇ ਦਾ ਆਪਣਾ ਨਾ ਇੱਕ ਉਹ ਹੁੰਦਾ ਉਹਦਾ ਇੱਕ ਅਸੂਲ, ਸੋ ਦੈਟ ਵਰਡ ਅਸੂਲ ਕੈਨ ਬੀ ਸੈਡ ਐਜ਼ ਪ੍ਰਿੰਸੀਪਲ ਜਾਂ ਰਿਲੀਜੀਅਸ ਕਨਵਿਕਸ਼ਨ, ਠੀਕ ਹੈ। ਅੱਛਾ, ਇਸ ਤੋਂ ਬਾਅਦ ਅੱਗੇ ਦੇਖੋ ਬੱਚੋ, ਕਿੱਧਰ ਗਿਆ। The opposing side then met outside the Vicidor in 1651. Okay. The battle led to a dash for parliamentarians and Charles had to flee for life. Okay. Then accepting, I'm reading from here, as a national religion in return to be crowned as king, his arrival in the Edinburgh prompted the English parliamentary army to invade Scotland in a preemptive strike. This followed by a Scottish invasion. Two sides finally faced one another in England after being comprehensively defeated at the meadows of the city by the parliamentary army. The 21-year-old king found himself to be subject of national manhunt, with a huge sum offered for his capture. Just एक चीज से ध्यान रखो कि 29th, the battle led to a dash for parliamentarians. ਹੁਣ just observe ਕਰੋ ਕਿ parliamentarians ਲਈ battle ਕੀ ਰਹੀ। ਹੁਣ ਉਹਨੂੰ ਭੱਜਣਾ ਪੈ ਗਿਆ, ਠੀਕ ਹੈ ਜੀ। ਆ ਦੇਖੋ ਲਿਖਿਆ ਹੋਇਆ on the meadows, defeated on the meadows outside the city by the parliamentarians. parliamentarian army ਨੇ ਉਹਨੂੰ defeat ਕਰ ਦਿੱਤਾ, ਇਹਦਾ ਮਤਲਬ parliamentarian ਜਿੱਤ ਗਿਆ, ਠੀਕ ਹੈ। ਸੋ ਇਹਦੇ ਵਿੱਚ ਦੇਖੋ ਇੱਕ ਇੱਥੇ ਹੈਗਾ ਡਿਸਾਈਸਿਵ ਵਿਕਟਰੀ, ਆ ਰਿਹਾ ਤੁਹਾਡਾ ਡਿਸਾਈਸਿਵ ਵਿਕਟਰੀ, here is your answer for that, ਠੀਕ ਹੈ। ਸੋ ਜਿਹੜਾ ਤੁਹਾਡਾ ਆ ਗਿਆ ਆਨਸਰ ਇਹਦਾ 29 that is your F, ਠੀਕ ਹੈ। ਅੱਛਾ, ਅੱਗੇ ਦੇਖੋ, Charles had to flee for his life. A dash was offered for Charles capture. ਕੀ ਆਫਰ ਕੀਤਾ ਗਿਆ ਸੀਗਾ, ਠੀਕ ਹੈ। ਰਿਵਾਰਡ ਆਫਰ ਕੀਤਾ ਹੋਣਾ ਵੈਸੇ ਤੇ, ਪਰ let's have it, ਇੱਕ ਵਾਰੀ ਜਸਟ ਚੈੱਕ ਕਰ ਲਈਏ। A huge sum was offered. ਆ ਦੇਖੋ ਜੀ, let me get it. So ਆ ਦੇਖੋ ਲਿਖਿਆ ਹੋਇਆ a huge sum was offered. Now huge sum was offered ਆ ਤੁਹਾਡਾ ਆ ਗਿਆ ਰਿਵਾਰਡ ਇਧਰਲੇ ਪਾਸੇ, ਠੀਕ ਹੈ। So this is your answer B. Last ਦੇਖੋ, he eventually managed to reach dash of continental Europe. Okay. He managed, over the 6 weeks, he managed through a series of heart-pounding close escapes to evade parliamentarians before seeking refuge. Refuge ਕੀ ਹੁੰਦਾ ਬੱਚੇ? That is safety. Refugee, safety. So ਇਹਦਾ ਆਨਸਰ ਹੋਣਾ ਚਾਹੀਦਾ ਇੱਥੇ safety ਸੀਗਾ, relative safety. So that is your D. So ਬੱਚਾ ਇੱਕ ਚੀਜ਼ observe ਕਰੋ, ਕਿੱਦਾਂ ਇੱਕ ਡੱਬੇ ਵਾਲੀ ਸਮਰੀ ਕੀਤੀ ਹੈ ਜਿਹਦੇ ਵਿੱਚ ਆਪਸ਼ਨਸ ਹੁੰਦੀਆਂ ਨੇ, ਕਿ ਕੁਝ ਬਲੈਂਕਸ ਨੂੰ ਮੈਂ eliminate ਕੀਤਾ, ਕੁਝ ਆਪਸ਼ਨਸ ਨੂੰ, ਐਂਡ ਮੈਨੂੰ ਉਹਦੇ ਆਨਸਰਸ ਮਿਲ ਗਏ। ਕੁਝ ਜਿਹੜੀਆਂ ਸੀਗੀਆਂ ਆਨਸਰਸ ਉਹ ਮੈਨੂੰ ਪਹਿਲਾਂ ਹੀ ਮੇਰੇ ਦਿਮਾਗ ਵਿੱਚ ਸੀਗੇ, ਜਸਟ ਬਿਕੋਜ਼ ਮੈਂ ਪੈਸੇਜ ਥੋਰਲੀ ਪੜ੍ਹ ਚੁੱਕਾ ਸੀਗਾ। ਅਗਰ ਇਹੀ ਕਿਤੇ ਸਮਰੀ ਮੈਂ ਪਹਿਲਾਂ ਕੀਤੀ ਹੁੰਦੀ ਤੇ ਮੈਨੂੰ ਸ਼ਾਇਦ ਉਹ ਥੋੜਾ ਜਿਹਾ ਕਰਨਾ ਮੁਸ਼ਕਿਲ ਲੱਗਦਾ, ਬਿਕੋਜ਼ ਐਂਡ ਆਫ ਦ ਡੇ ਕਿਤੇ ਨਾ ਕਿਤੇ ਮੈਨੂੰ ਇੱਕ ਅੰਡਰਸਟੈਂਡਿੰਗ ਜੋ ਇੱਕ ਬਾਕੀ ਕੁਐਸਚਨ ਸੋਲਵ ਕਰਕੇ ਮਿਲੀ ਹੈ, ਚਾਹੇ MCQs ਨੇ, ਚਾਹੇ ਤੁਹਾਡੇ ਯੈਸ ਔਰ ਨੋਟ ਗਿਵਨ ਨੇ, ਉਹਨੇ ਇੱਕ ਮੇਰੀ ਹੈਲਪ ਕੀਤੀ ਹੈ ਸਮਰੀ ਸੋਲਵ ਕਰਨ ਦੇ ਵਿੱਚ। ਸੋ ਹਮੇਸ਼ਾ ਇਹ ਚੀਜ਼ ਧਿਆਨ ਰੱਖਣੀ ਆ ਕਿ ਜਦੋਂ ਆਪਸ਼ਨਸ ਵਾਲੀ ਸਮਰੀ ਆਵੇ ਉਹਨੂੰ ਹਮੇਸ਼ਾ ਐਂਡ ਵਿੱਚ ਕਰਨਾ, ਠੀਕ ਹੈ। ਇਸ ਵੀਡੀਓ ਨੂੰ ਪਲੀਜ਼ ਦੁਬਾਰਾ ਇੱਕ ਵਾਰੀ ਦੇਖੋ, ਟਰਾਈ ਟੂ ਸੋਲਵ ਯੋਰਸੈਲਫ, ਚਾਹੇ ਇਹਨੂੰ ਇੱਕ ਵਾਰੀ ਨਾਲ ਵੀਡੀਓ ਨੂੰ ਔਨ ਕਰ ਲਿਓ, ਜਸਟ ਬਿਕੋਜ਼ ਤੁਹਾਨੂੰ ਇੱਕ ਐਟੀਟਿਊਡ ਪਤਾ ਲੱਗ ਜਾਏਗਾ ਕਿ ਪੈਸੇਜ ਕਿਸ ਢੰਗ ਨਾਲ ਸੋਲਵ ਕਰਨਾ ਚਾਹੀਦਾ ਆ, ਠੀਕ ਹੈ। ਰੀਡਿੰਗ ਮੋਡਿਊਲ ਵਾਈਂਡ ਅਪ ਹੋ ਚੁੱਕਾ ਆ, ਉਹਦੀ ਜਿੰਨੀ ਵੀ ਉਹਦੀਆਂ ਥਿਓਰੈਟੀਕਲ ਪਾਰਟ ਹੈ ਜਾਂ ਜਿੰਨੀ ਉਹਦੀ ਓਰੀਐਂਟੇਸ਼ਨ ਹੈ, ਆਈ ਵਿਲ ਬੀ ਹੁਣ ਟਰਾਈਂਗ ਟੂ ਸੋਲਵ different passages. मैं कोशिश है कि मेरी जी 17 बुक्स ने कैम्ब्रिज दियाँ वो मैं ऑनलाइन सॉल्व करदा, ठीक है। दिस इज़ द फर्स्ट
ਟੈਸਟ ਦੈਟ ਹੈਜ਼ ਬੀਨ ਡਨ 17th ਬੁੱਕ ਦਾ, ਐਂਡ ਉਹਦੀ 3rd ਰੀਡਿੰਗ ਹੈ, 2 ਰੀਡਿੰਗ ਇਸ ਤੋਂ ਪਹਿਲਾਂ ਹੋ ਚੁੱਕੀਆਂ ਨੇ, ਸੋ ਪਹਿਲਾਂ ਉਹਨੂੰ ਵੀ ਦੇਖ ਲਓ। ਥੈਂਕ ਯੂ ਸੋ ਮਚ, ਐਂਡ ਤੁਸੀਂ ਇਸ ਢੰਗ ਦੇ ਨਾਲ ਹੀ ਆਪਣੀ ਪ੍ਰੈਪਰੇਸ਼ਨ ਨੂੰ ਕਰਦੇ ਰਹੋ। ਜਿੱਥੇ ਵੀ ਤੁਹਾਨੂੰ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ, ਪਲੀਜ਼ ਡੂ ਕਮੈਂਟ, ਉਸ ਚੀਜ਼ ਨੂੰ ਮੈਂ ਦੁਬਾਰਾ ਫਿਰ ਇਲੈਬੋਰੇਟ ਕਰ ਦੂੰਗਾ, ਬਿਕੋਜ਼ ਐਂਡ ਆਫ ਦਾ ਡੇ ਮਾਈ ਓਨਲੀ ਮੋਟਿਵ ਇਸ ਕਿ ਕਿਸੇ ਤਰ੍ਹਾਂ ਇਸ ਜੋ ਇੱਕ ਇੱਕ ਮੁਹਿੰਮ ਨੂੰ ਅਸੀਂ ਇੱਕ ਜੋ ਕੁਣਬੇ ਨੂੰ ਇਹਨੂੰ ਥੋੜ੍ਹਾ ਜਿਹਾ ਹੋਰ ਵਿਸ਼ਾਲ ਕਰੀਏ, ਤਾਂ ਕਿ ਇੱਕ ਦੂਜੇ ਦੀ ਹੈਲਪ ਕਰਦੇ ਰਹੀਏ। ਜਿੰਨੇ ਤੁਸੀਂ ਇਸ ਚੀਜ਼ ਨੂੰ ਸਪਰੈਡ ਕਰੋਗੇ ਉਨਾ ਹੀ ਤੁਸੀਂ ਸੈਟਿਸਫਾਈਡ ਹੋਵੋਗੇ ਵਿਦ ਯੂਰ ਓਨ ਪ੍ਰੈਪਰੇਸ਼ਨ। ਸੋ ਥੈਂਕ ਯੂ ਸੋ ਮਚ ਬੱਚਾ, ਜਿਉਂਦੇ ਵਸਦੇ ਰਹੋ ਐਂਡ ਇਸੇ ਤਰ੍ਹਾਂ ਲੱਗੇ ਰਹੋ। ਗॉड ब्लेस यू, थैंक यू।